Meeting is being recorded. वाहिगुरु जी का खालसा वाहिगुरु जी की फतेह। ऐसे लालन पायो री सखी, ऐसे लालन पायो री सखी, ऐसे लालन पायो री सखी, ऐसे लालन पायो री सखी। गोविंद गोविंद कर हर हर मन प्यार गोविंद गोविंद कर हर हर मन प्यार गुर काहे सोचित तर अन से दूर पीर ऐसे लालन पायो री सखी, ऐसे लालन पायो री सखी। पंकज मोह सर पग नहीं चले हर गहडियो मूड नर अननाऊ पाप कर निक से शरण पे री सखी, तो निक से शरण पे री सखी। थिर थिर चित्त थिर बन ग्रह सम सर अंतर की पिर बाहर रे कर राजन जोग कर कर नानक लोग लोगी री सखी, कहु नानक लोग लोगी सखी, ऐसे लालन पायो री सखी, ऐसे
लालन पायो री सही ऐसे लालन पायो रे सखी ऐसे लालन पायो रे सखी। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। जह ज्ञान प्रकाश अज्ञान मिटंत पाप जिथे सानू सतगुर दी मत मिलदी है उत्थे साडी अज्ञानता मुक जांदी है। वाहिगुरु जी का खालसा वाहिगुरु जी की फतेह। थैंक यू। वाहिगुरु जी का खालसा वाहिगुरु जी की फतेह। मैं सारिਆਂ ਨੂੰ अपनी वीकली क्लास ਵਿੱਚ ਜੀ ਆਇਆਂ ਆਖਦਾ ਹੋਇਆ ਗਨੀਤ ਕੌਰ ਦਾ ਬਹੁਤ ਧੰਨਵਾਦੀ ਹਾਂ ਕਿ ਉਹਨੇ ਹਰ ਵਾਰ ਦੀ ਤਰ੍ਹਾਂ ਇੰਨਾ ਮਿੱਠਾ ਸ਼ਬਦ ਸਾਨੂੰ ਸੁਣਾਇਆ। ਸੋ ਬਿਫੋਰ ਵੀ ਸਟਾਰਟ ਐਂਡ ਮੂਵ ਅਹੈਡ ਮੈਂ ਪੁਸ਼ਪਿੰਦਰ ਵੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਲਾਸਟ ਵੀਕ ਜਿਹੜਾ ਪ੍ਰੋਗਰਾਮ ਹੋਇਆ ਉਹਦਾ ਥੋੜਾ ਜਿਹਾ ਰੀਕੈਪ ਕਰਨ। ਉਸ ਤੋਂ ਬਾਅਦ ਅਸੀਂ ਵੀਰ ਜੀ ਨੂੰ ਰਿਕੁਐਸਟ ਕਰਾਂਗੇ ਕਿ ਉਹ ਅੱਜ ਦੇ ਟੌਪਿਕ ਦੇ ਨਾਲ ਸਾਨੂੰ ਜੋੜਨਗੇ। ਸੋ ਪੁਸ਼ਪਿੰਦਰ ਵੀਰ ਜੀ ਨੂੰ ਮੈਂ ਰਿਕੁਐਸਟ ਕਰਾਂਗਾ ਕਿ ਉਹ ਪਲੀਜ਼ ਰੀਕੈਪ ਕਰਨ। ਥੈਂਕ ਯੂ ਸੋ ਮਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦੇ ਚਾਨਣ ਵਿੱਚ ਅਖਾਣ ਦੀ ਹੈ ਜਿਹੜੀ ਸੀਰੀਜ਼ ਚੱਲ ਰਹੀ ਹੈ, ਇਸ ਵਿੱਚ ਅਸੀਂ ਵੀਰ ਜੀ ਵੱਲੋਂ ਲਿਖੀ ਹੋਈ ਇੱਕ ਪੁਸਤਕ ਜਿਸ ਦਾ ਟਾਈਟਲ ਇਹੀ ਹੈ ਸੇਮ ਗੁਰਬਾਣੀ ਦੇ ਚਾਨਣ ਵਿੱਚ ਅਖਾਣ। ਤੇ ਸਹਿਜੇ ਸਹਿਜੇ ਅਸੀਂ ਇਹ ਸਿੱਖਣ ਦਾ ਯਤਨ ਕਰ ਰਹੇ ਹਾਂ, ਇਹ ਸਮਝਣ ਦਾ ਯਤਨ ਕਰ ਰਹੇ ਹਾਂ ਕਿ ਕਿਵੇਂ ਗੁਰਬਾਣੀ ਦੀ ਜਿਹੜੀ ਬਣਤਰ ਹੈ ਉਸ ਵਿੱਚ ਜਿਹੜੇ ਲਫ਼ਜ਼ ਆਏ ਹਨ ਔਰ ਜਿਹੜੇ ਉਹਦੇ ਵਿੱਚ ਕੁਝ ਕੁ ਅਖਾਣ ਆਏ ਹਨ, ਉਹਨਾਂ ਅਖਾਣਾਂ ਦੇ ਪਿੱਛੇ ਕੀ ਭਾਵ ਅਰਥ ਹੈ, ਉਹਨਾਂ ਨੂੰ ਅਸੀਂ ਅਗਰ ਸਮਝ ਜਾਈਏ, ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਜਿਹੜਾ ਗੁਰਬਾਣੀ ਦਾ ਮੈਸੇਜ ਮਿਲਦਾ ਸਾਨੂੰ ਉਹ ਅਸੀਂ ਆਪਣੇ ਨਿੱਜੀ ਜੀਵਨ ਦੇ ਵਿੱਚ ਜੀ ਕੇ ਉਹਦੇ ਵਿੱਚੋਂ ਮੈਕਸਿਮਮ ਲਾਹਾ ਜਿਹੜੇ ਆ ਉਹ ਅਸੀਂ ਖੱਟ ਸਕਦੇ ਹਾਂ। ਸੋ ਜਦੋਂ ਅਸੀਂ ਮੁਹਾਵਰਿਆਂ ਦੀ ਗੱਲ ਕਰਦੇ ਹਾਂ, ਜਦੋਂ ਅਸੀਂ ਅਖਾਣਾਂ ਦੀ ਗੱਲ ਕਰਦੇ ਹਾਂ, ਤੇ ਜਿਹੜੇ ਪੰਜਾਬ ਦੇ ਜਿਹੜਾ ਸੱਭਿਆਚਾਰ ਹੈ, ਜਿਹੜੀ ਉੱਥੋਂ ਦੀ ਲੋਕ ਬੋਲੀ ਹੈ, ਪਹਿਲੇ ਅੱਜ ਕੱਲ੍ਹ ਦਾ ਜਿਹੜਾ ਜ਼ਮਾਨਾ ਅਸੀਂ ਦੇਖ ਰਹੇ ਹਾਂ ਉਹਦੇ ਵਿੱਚ ਤਾਂ ਐਂਟਰਟੇਨਮੈਂਟ ਦੇ ਬੜੇ ਸਾਰੇ ਸਾਧਨ ਹਨ। ਟੈਲੀਵਿਜ਼ਨ ਸੀਗਾ, ਹੁਣ ਇੰਟਰਨੈਟ ਹੈ, ਸੋਸ਼ਲ ਮੀਡੀਆ ਹੈ, YouTube ਹੈ, ਹੋਰ ਬੜੇ ਸਾਰੇ ਪਲੇਟਫਾਰਮਸ ਨੇ ਜਿਨ੍ਹਾਂ ਦੇ ਥਰੂ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਿ ਸੋਰਸ ਆਫ ਐਂਟਰਟੇਨਮੈਂਟ, ਕਿ ਜਦੋਂ ਅਸੀਂ ਕੰਮ ਤੋਂ ਵਿਹਲੇ ਹੁੰਦੇ ਹਾਂ ਤੇ ਇਹਨਾਂ ਪਲੇਟਫਾਰਮ 'ਤੇ ਅਸੀਂ ਕੁਝ ਸਮਾਂ ਗੁਜ਼ਾਰਦੇ ਹਾਂ। ਪਰ ਅਗਰ ਥੋੜਾ ਅਸੀਂ ਇਮੇਜਿਨ ਕਰੀਏ ਕਿ ਐਸਾ ਸਮਾਂ ਜਿਹਦੇ ਵਿੱਚ ਇੰਟਰਨੈਟ ਨਹੀਂ ਹੈ, ਉਹ ਪੁਸਤਕਾਂ ਦਾ ਵੇਲਾ ਸੀਗਾ, ਪੁਸਤਕਾਂ ਵੀ ਨਹੀਂ ਸਨ, ਜਦੋਂ ਉਸ ਤੋਂ ਵੀ ਪਹਿਲੇ ਅਗਰ ਇਮੇਜਿਨ ਕਰੀਏ ਕਿ ਪਿੰਡਾਂ ਦੀ ਜ਼ਿੰਦਗੀ ਹੈ, ਉਹਦੇ ਵਿੱਚ ਕਿਸਾਨ ਕੰਮ ਕਰਨ ਵਾਲੇ ਜਿਨ੍ਹਾਂ ਦੀ ਜਿਹੜੀ ਰੂਟੀਨ ਹੈ ਉਹ ਇਹ ਹੈ ਕਿ ਬਈ ਸਵੇਰੇ ਪਾਣੀ ਵੇਖਣ ਚਲੇ ਜਾਣਾ ਹੈ, ਮਿਹਨਤ ਮਸ਼ੱਕਤ ਕਰਨੀ ਹੈ, ਖੇਤਾਂ ਦੇ ਵਿੱਚ ਜਾ ਕੇ ਸਮਾਨ ਢੋਣਾ ਹੈ, ਬੀਜਣੀ ਹੈ, ਫਸਲ ਬੀਜਣੀ ਹੈ, ਫਸਲ ਵੱਢਣੀ ਹੈ, ਫਸਲ ਦੀ ਰਖਵਾਲੀ ਕਰਨੀ ਹੈ, ਸਵੇਰ ਤੋਂ ਲੈ ਕੇ ਤੇ ਸ਼ਾਮ ਤੱਕ ਜਦੋਂ ਪੂਰੀ ਮਿਹਨਤ ਮਸ਼ੱਕਤ ਕਰਕੇ ਥੱਕ ਜਾਂਦਾ ਹੈ ਤਾਂ ਉਹਦੇ ਲਈ ਜਦੋਂ ਉਹਦਾ ਸਪੇਅਰ ਟਾਈਮ ਹੁੰਦਾ ਹੈ, ਉਹਦੇ ਵਿੱਚ ਪੰਜਾਬ ਦੇ ਜਿਹੜੇ ਲੋਕ ਸਨ ਉਹਨਾਂ ਦਾ ਸੋਰਸ ਆਫ ਐਂਟਰਟੇਨਮੈਂਟ ਕੀ ਸੀਗਾ। ਤੇ ਉੱਥੇ ਤਾਂ ਚੁਬਾਰਾ ਬਣਿਆ ਹੁੰਦਾ ਸੀਗਾ ਜਾਂ ਚੌਪਾਲ ਜਿਹਨੂੰ ਕਹਿੰਦੇ ਆ, ਉਹ ਬਣਾ ਕੇ ਲੋਕੀ ਉੱਥੇ ਬੈਠ ਜਾਂਦੇ ਸਨ। ਜਦੋਂ ਬੈਠ ਜਾਂਦੇ ਸਨ ਤੇ ਫਿਰ ਕੋਈ ਆਪਣੇ ਪਰਿਵਾਰ ਦੀ ਗੱਲ ਕਰਦਾ ਸੀ, ਕੋਈ ਆਪਣੀ ਨਵੀਂ ਕਾਰਡ ਦੀ ਗੱਲ ਕਰਦਾ ਸੀ, ਕੋਈ ਆਪਣੇ ਦਿਨਚਰਿਆ ਦੇ ਵਿੱਚੋਂ ਸ਼ੇਅਰਿੰਗ ਕਰਦੇ ਸਨ। ਉਹ ਸ਼ੇਅਰਿੰਗ ਹੀ ਜਿਹੜੀ ਸੀਗੀ ਉਹ ਇੱਕ ਸੋਰਸ ਆਫ ਐਂਟਰਟੇਨਮੈਂਟ ਸੀਗਾ। ਤੇ
ਜਿਹੜੀ ਭਾਸ਼ਾ ਦਾ ਵਿਕਾਸ ਹੁੰਦਾ ਹੈ ਉਹ ਗੱਲਬਾਤ ਕਰਕੇ ਹੀ ਹੁੰਦਾ ਹੈ। ਜਿਹੜੀ ਸਾਡੀ ਭਾਸ਼ਾ ਦਾ ਵਿਕਾਸ ਹੋਇਆ ਹੈ ਉਹਦੇ ਪਿੱਛੇ ਕਾਰਨ ਇਹ ਹੈ ਕਿ ਅਸੀਂ ਗੱਲਬਾਤ ਕਰਦੇ ਹਾਂ। ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਤੇ ਬੋਲੀ ਦੀ ਜਿਹੜੀ ਡਿਵੈਲਪਮੈਂਟ ਹੋ ਰਹੀ ਹੈ, ਜਿਹੜੇ ਲਫ਼ਜ਼ ਘੜੇ ਜਾਂਦੇ ਨੇ, ਕੋਈ ਕਿੱਥੋਂ ਸੁਣ ਕੇ ਕੋਈ ਆਇਆ, ਕੋਈ ਕਿੱਥੋਂ ਸੁਣ ਕੇ ਆਇਆ, ਕੋਈ ਮਾਈਗ੍ਰੇਟ ਹੋ ਕੇ ਕਿਸੇ ਹੋਰ ਪਿੰਡ 'ਚ ਆ ਗਿਆ, ਕਿਸੇ ਦੂਰ ਦੁਰਾਡੇ ਇਲਾਕੇ ਚੋਂ ਕੋਈ ਆ ਗਿਆ, ਕੋਈ ਹੋ ਸਕਦਾ ਦੂਸਰੇ ਦੇਸ਼ ਤੋਂ ਆ ਗਿਆ, ਤੇ ਆ ਕੇ ਉਹ ਜਿਹੜੇ ਗੱਲਬਾਤ ਕਰਨ ਦਾ ਜਿਹੜਾ ਵਸੀਲਾ, ਜਿਹੜਾ ਸੋਰਸ ਆਫ ਐਂਟਰਟੇਨਮੈਂਟ ਸੀਗਾ, ਉਹਦੇ ਨਾਲ ਕੀ ਹੋਇਆ ਕਿ ਜਿੱਥੋਂ ਲੋਕੀ ਆਉਂਦੇ ਰਹੇ ਤੇ ਉਹਨਾਂ ਦਾ ਜਿਹੜਾ ਸ਼ਬਦਾਵਲੀ ਦਾ ਜਿਹੜਾ ਦਾਇਰਾ ਸੀਗਾ ਉਹ ਵੱਧਦਾ ਗਿਆ। ਸੋ ਸਹਿਜੇ ਇਹੀ ਇੱਕ ਵਸੀਲਾ ਸੀਗਾ ਜਿਹਦੇ ਨਾਲ ਭਾਸ਼ਾ ਦਾ, ਬੋਲੀ ਦਾ ਵਿਕਾਸ ਹੋਇਆ। ਨਵੇਂ ਲਫ਼ਜ਼ ਲੋਕਾਂ ਨੂੰ ਮਿਲੇ। ਅੱਜ ਵੀ ਹੁਣ ਪਹਿਲੇ ਸਾਡੇ ਡਿਕਸ਼ਨਰੀ ਦੇ ਵਿੱਚ ਸਾਨੂੰ ਕੋਵਿਡ ਨਹੀਂ ਪਤਾ ਸੀਗਾ। ਅੱਜ ਅਗਰ ਅਸੀਂ ਪੰਜਾਬੀ ਵਿੱਚ ਵੀ ਗੱਲ ਕਰੀਏ ਤੇ ਕੋਵਿਡ ਦੀ ਟ੍ਰਾਂਸਲੇਸ਼ਨ ਤੇ ਕੋਵਿਡ ਹੀ ਕਰਨੀ ਪਏਗੀ, ਕਰੋਨਾ ਹੀ ਕਰਨੀ ਪਏਗੀ। ਪਰ ਕੁਝ ਐਸੇ ਲਫ਼ਜ਼ ਨੇ ਜਿਹੜੇ ਕਿ ਹਿੰਦੀ ਪੰਜਾਬੀ ਤੋਂ ਇੰਗਲਿਸ਼ ਦੇ ਵਿੱਚ ਆ ਗਏ। ਜਿਵੇਂ ਵੀਰ ਜੀ ਨੇ ਕਈ ਵਾਰੀ ਇਹ ਜ਼ਿਕਰ ਕੀਤਾ ਕਿ ਬਈ ਜਿਹੜਾ ਗੁਰੂ ਲਫ਼ਜ਼ ਹੈ ਉਹ ਡਿਕਸ਼ਨਰੀ ਦੇ ਵਿੱਚ, ਅੰਗਰੇਜ਼ੀ ਡਿਕਸ਼ਨਰੀ ਵਿੱਚ ਆ ਗਿਆ। ਇਸੇ ਤਰ੍ਹਾਂ ਘੇਰਾ, ਘੇਰਾਓ, ਇਹ ਲਫ਼ਜ਼ ਨੇ ਜਿਹੜੇ ਕਿ ਹਿੰਦੀ ਪੰਜਾਬੀ ਤੋਂ ਜਾਂ ਸੰਸਕ੍ਰਿਤ ਤੋਂ ਇਹ ਲਫ਼ਜ਼ ਅੰਗਰੇਜ਼ੀ ਦੇ ਵਿੱਚ ਆ ਗਏ। ਤੇ ਅੰਗਰੇਜ਼ੀ ਦੇ ਵਿੱਚ ਜਿਵੇਂ ਮਨ ਹੈ, ਪੰਜਾਬੀ ਦੇ ਵਿੱਚ ਮਨ, ਹਿੰਦੀ ਦੇ ਵਿੱਚ ਮਨ ਕਹਿੰਦੇ ਹਾਂ ਅਸੀਂ, ਤਾਂ ਉਹਦੀ ਟ੍ਰਾਂਸਲੇਸ਼ਨ ਕੀਤੀ ਜਾਂਦੀ ਹੈ ਮਾਈਂਡ। ਵੀਰ ਜੀ ਨੇ ਹੋਰ ਬੜੇ ਸਾਰੇ ਪ੍ਰੋਗਰਾਮਾਂ ਦੇ ਵਿੱਚ ਇਸ ਬਾਰੇ ਗੱਲ ਕੀਤੀ ਹੈ ਕਿ ਮਨ ਕੀ ਹੈ। ਤੇ ਜਦੋਂ ਬੋਲੀ ਦੀ ਅਗਰ ਅਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਤੇ ਜਿਵੇਂ ਅੰਗਰੇਜ਼ੀ ਦੇ ਜਿਹੜੇ ਡਿਕਸ਼ਨਰੀਜ਼ ਹੈਗੀਆਂ ਨੇ ਉਹ ਸਹਿਜੇ ਜਿਹੜੇ ਫੇਮਸ ਵਰਡਸ ਹੁੰਦੇ ਨੇ ਜਿਸ ਵੀ ਲੈਂਗੁਏਜ ਦੇ ਵਿੱਚ ਹੋਣ, ਜਿਹੜੇ ਕਿ ਫੇਮਸ ਹੁੰਦੇ ਜਾ ਰਹੇ ਨੇ, ਉਹ ਫੇਮਸ ਵਰਡਸ ਨੂੰ ਆਪਣੀ ਡਿਕਸ਼ਨਰੀ ਦੇ ਵਿੱਚ ਥਾਂ ਦਿੰਦੇ ਜਾਂਦੇ ਨੇ, ਉਹਨਾਂ ਨੂੰ ਰਿਕਗਨਾਈਜ਼ ਕਰਦੇ ਜਾਂਦੇ ਨੇ ਕਿ ਹਾਂ ਇਹ ਤੇ ਬਹੁਤ ਫੇਮਸ ਵਰਡ ਬਣ ਚੁੱਕਿਆ ਹੈ। ਸੋ ਇਸੇ ਹੀ ਤਰ੍ਹਾਂ ਮਤਲਬ ਸਾਨੂੰ ਜਿਵੇਂ ਯੋਗਾ ਜਿਹੜਾ ਹੈਗਾ ਬੜਾ ਫੇਮਸ ਹੋ ਗਿਆ। ਵੈਸੇ ਯੋਗ ਲਫ਼ਜ਼ ਸੀਗਾ, ਪੰਜਾਬੀ ਦੇ ਵਿੱਚ ਜੋਗ ਆਇਆ, ਅੰਗਰੇਜ਼ੀ ਦੇ ਵਿੱਚ ਯੋਗਾ ਬਣ ਗਿਆ। ਸੋ ਇਸੇ ਤਰ੍ਹਾਂ ਜਿਹੜੀ ਲੈਂਗੁਏਜ ਦੀ ਜਿਹੜੀ ਡਿਵੈਲਪਮੈਂਟ ਹੈ ਉਹ ਚੱਲਦੀ ਜਾ ਰਹੀ ਹੈ। ਔਰ ਜਿਹੜੇ ਮੁਹਾਵਰੇ ਨੇ ਇਹ ਲੈਂਗੁਏਜ ਦਾ ਹੀ ਇੱਕ ਬੜਾ ਸੋਹਣਾ ਰੂਪ ਹੈ ਕਿ ਜਿਹਦੇ ਪਿੱਛੇ ਇੱਕ ਐਸਾ ਭਾਵ ਅਰਥ ਛੁਪਿਆ ਹੁੰਦਾ ਹੈ ਕਿ ਜਿਹਨੂੰ ਸਮਝਾਉਣ ਦੀ ਸਾਨੂੰ ਲੋੜ ਨਹੀਂ ਪੈਂਦੀ ਕਈ ਵਾਰੀ। ਜਿਵੇਂ ਪਹਿਲੇ ਵੀ ਜ਼ਿਕਰ ਕੀਤਾ ਸੀਗਾ ਕਿ ਅੱਖਾਂ ਫੇਰ ਲੈਣੀਆਂ। ਹੁਣ ਅੱਖਾਂ ਫੇਰ ਲੈਣੀਆਂ ਦਾ ਮਤਲਬ ਇਹ ਨਹੀਂ ਹੈ ਕਿ ਬਾਇਓਲੋਜੀਕਲੀ ਅੱਖਾਂ ਇੱਧਰ ਕਰ ਲੈਣੀਆਂ। ਅੱਖਾਂ ਫੇਰ ਲੈਣੀਆਂ ਦਾ ਅਸੀਂ ਮਤਲਬ ਸਮਝਿਆ ਸੀਗਾ ਕਿ ਉਸ ਨਾਲ ਸਹਿਮਤ ਨਾ ਹੋਣਾ ਜਾਂ ਉਹਦੇ ਨਾਲ ਗੱਲ ਨਾ ਕਰਨਾ। ਸੋ ਅੱਖਾਂ ਫੇਰ ਲੈਣੀਆਂ। ਸੋ ਇਸੇ ਤਰ੍ਹਾਂ ਅਸੀਂ ਇਹ ਜਿਹੜੀ ਸਾਡੀ ਪੁਸਤਕ ਹੈ ਗੁਰਬਾਣੀ ਦੇ ਚਾਨਣ ਵਿੱਚ ਅਖਾਣ, ਸਭ ਦੇਸ਼ ਅਰਪਣਾ, ਤਨ ਅਰਪਣਾ, ਧਨ ਅਰਪਣਾ, ਮੂੰਹ ਫੇਰਨਾ, ਅੱਖਾਂ ਫੇਰਨਾ, ਇਸ ਤਰ੍ਹਾਂ ਦੇ ਅਸੀਂ ਕਈ ਅਖਾਣ ਜਿਹੜਾ ਹੈ ਉਹ ਪਿਛਲੀਆਂ ਕਲਾਸਿਸ ਦੇ ਵਿੱਚ ਅਸੀਂ ਜ਼ੂਮ ਸੈਸ਼ਨਸ ਦੇ ਵਿੱਚ ਅਸੀਂ ਸਾਂਝ ਕਰਦੇ ਆ ਰਹੇ ਹਾਂ। ਸੋ ਅੱਜ ਵੀਰ ਜੀ ਇੱਕ ਨਵੇਂ ਟੌਪਿਕ ਦੇ ਨਾਲ ਹਾਜ਼ਰ ਨੇ। ਸੋ ਮੈਂ ਵੀਰ ਜੀ ਦਾ ਜੀ ਆਇਆਂ ਕਰਦਾ, ਵੀਰ ਜੀ ਨੂੰ ਵੈਲਕਮ ਕਰਦਾ। ਤੇ ਵੀਰ ਜੀ ਆਪ ਜੀ ਅਗਰ ਰੈਡੀ ਹੋ ਤੇ ਵੀ ਕੈਨ ਸਟਾਰਟ ਵਿਦ ਦੀ ਟੁਡੇਜ਼ ਸੈਸ਼ਨ। ਵੀਰ ਜੀ ਕੈਮਰਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਹਾਂਜੀ ਅਨਮਿਊਟ ਹੈ ਵੀਰ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। नमस्कार, अस्सलाम वालेकुम, गुड मॉर्निंग, गुड इवनिंग। जितने कैनेडा या अमेरिका बैठे ने उन्होंने वास्ते तो मॉर्निंग ही है ना, ਤੁਹਾਡੇ ਸਾਰਿਆਂ ਵਾਸਤੇ ਈਵਨਿੰਗ ਹੈ। ਤੇ
ਆਸਟ੍ਰੇਲੀਆ ਵਾਲੇ ਸੌਣ ਲੱਗੇ ਨੇ ਸਾਡੇ ਵੀਰ ਭੈਣ। ਐਨੀਵੇਜ਼ ਤੁਸੀਂ ਸਾਰਿਆਂ ਦਾ ਧੰਨਵਾਦ। ਹਰ ਵਾਰ ਦੀ ਤਰ੍ਹਾਂ ਇਸ ਵਾਰੀ ਵੀ ਗਨੀ ਬੱਚੀ ਨੇ ਬੜਾ ਸੋਹਣਾ ਸ਼ਬਦ ਗਾਇਆ ਤੇ ਨਵੇਂ ਸ਼ਬਦ ਉਗਾਉਂਦੀ ਹੈ, ਬੜੀ ਮਿਹਨਤ ਖੋਜ ਕਰਦੀ ਹੈ ਤੇ ਉਹਦੇ ਸਾਰੇ ਪਰਿਵਾਰ ਨੂੰ, ਉਹਦੇ ਦਾਦਾ ਦਾਦੀ ਨੂੰ ਔਰ ਉਹਦੇ ਪੇਰੈਂਟਸ ਨੂੰ ਔਰ ਉਹਦੇ ਭਰਾ ਨੂੰ, ਜਿਹੜੇ ਸਾਰੇ ਉਹਨੂੰ ਇਹ ਮਾਹੌਲ ਦਿੰਦੇ ਨੇ, ਸਭ ਦਾ ਧੰਨਵਾਦ ਹੈ। ਤੇ ਜੁਝਾਰ ਜੀ ਤੁਸੀਂ ਇਸ ਨੂੰ ਮੋਡਰੇਟ ਕਰ ਰਹੇ ਹੋ ਅੱਜ, ਥੈਂਕਸ ਅ ਲੋਟ। ਅੱਜ ਤੁਹਾਡੇ ਸਾਥੀ ਅਮਨਜੀਤ ਸਿੰਘ ਜੀ, ਅਮਨਪ੍ਰੀਤ ਸਿੰਘ ਜੀ ਠੀਕ ਨਹੀਂ ਹਨ, ਉਹਨਾਂ ਦਾ ਤੁਸੀਂ ਫਰਜ਼ ਨਿਭਾ ਰਹੇ ਹੋ, ਦੈਟਸ ਗ੍ਰੇਟ। ਔਰ ਪੁਸ਼ਪਿੰਦਰ ਜੀ ਤੁਸੀਂ ਜਿਹੜਾ ਰੀਕੈਪ ਕੀਤਾ ਬੜਾ ਕੁਇਕ ਕੀਤਾ, ਤੁਸੀਂ ਹੋਰ ਵੀ ਚਾਹੋ ਤੇ ਬੋਲ ਸਕਦੇ ਹੋ, ਵਰਨਾ ਅਸੀਂ ਆਪਣਾ ਟੌਪਿਕ ਲੈ ਕੇ ਚੱਲਦੇ ਹਾਂ। ਤੇ ਜਿਹੜਾ ਤੁਸੀਂ ਬੁੱਕ ਦਾ ਰੈਫਰੈਂਸ ਦਿੱਤਾ ਹੈ ਗੁਰਬਾਣੀ ਦੇ ਚਾਨਣ 'ਚ ਅਖਾਣ, ਇਹ ਪੁਸਤਕ ਸਾਡੀ ਲਿਵਿੰਗ ਟ੍ਰੈਜਰ ਦੇ ਸਾਰੇ ਜਿਤਨੇ ਵੀ ਮੈਂਬਰਸ ਮੈਕਸਿਮਮ ਦੀ ਸੇਵਾ ਕਰਦੇ ਨੇ, ਉਹਨਾਂ ਦਾ ਸਦਕਾ ਸਾਡੀਆਂ ਤੁਹਾਡੀ ਸੇਵਾ ਵਾਸਤੇ ਕਰੀਬਨ 40-45 ਬੁੱਕਸ ਆਈਆਂ ਨੇ, ਜਿਨ੍ਹਾਂ ਵਿਚਕਾਰ ਜੇ ਅਸੀਂ ਗੱਲ ਕਰੀਏ ਕਿ ਪੁਸ਼ਪਿੰਦਰ, ਦਲਵਿੰਦਰ, ਇਕਬਾਲ ਕੌਰ, ਪ੍ਰੀਤੀ, ਨਰਿੰਦਰ, ਹਰਪ੍ਰੀਤ, ਪੁਨੀਤ ਕੌਰ, ਰਜਿੰਦਰ ਕੌਰ, ਮਿੰਦਰਪਾਲ, ਇੰਦਰਪਾਲ ਕੌਰ ਔਰ ਅਮਰੀਕਾ ਦੀ ਜਿਹੜੀ ਟੀਮ ਹੈ ਇੱਥੇ, ਡਾਕਟਰ ਸਾਹਿਬ, ਉਹਨਾਂ ਦੇ ਮਿਸਿਸ ਪੁਨੀਤ ਕੌਰ, ਚਰਨਦੀਪ, ਲਿਵਲੀਨ, ਰਿਚੀਪਾਲ ਔਰ ਰਿਚੀਪਾਲ ਦੇ ਪਾਪਾ। ਤਾਂ ਇਸ ਤਰ੍ਹਾਂ ਸਾਰੇ ਬਹੁਤ ਸਾਰੇ ਲੋਕਾਂ ਦਾ ਉਹਦੇ ਅੰਦਰ ਯੋਗਦਾਨ ਹੁੰਦਾ ਹੈ ਤੇ ਜਿਹੜੇ ਮੈਂ ਨਾਂ ਨਹੀਂ ਲਏ ਉਹ ਸਾਰਿਆਂ ਦਾ ਕੋਲੋਂ ਮਾਫੀ ਮੰਗਦਾ ਹਾਂ। ਮੈਂ ਤੁਹਾਡੇ ਸਾਰਿਆਂ ਨਾਲ ਸਾਂਝ ਕਰਨਾ ਚਾਹੁੰਦਾ ਕਿ ਜਿਹੜੀ ਵੀ ਪੁਸਤਕ ਤੁਹਾਡੀ ਸੇਵਾ ਵਿੱਚ ਹਾਜ਼ਰ ਹੁੰਦੀ ਹੈ, ਭਾਵੇਂ ਹਿੰਦੀ, ਭਾਵੇਂ ਪੰਜਾਬੀ, ਭਾਵੇਂ ਇੰਗਲਿਸ਼, ਉਹਦੇ ਵਿੱਚ ਅਸੀਂ ਸਾਰੇ ਰਲ ਕੇ ਟੀਮ ਐਫਰਟ ਕਰਦੇ ਹਾਂ ਤੇ ਫਿਰ ਅਸੀਂ ਉਹਦੇ 'ਚ ਜੋ ਵੀ ਐਡੀਟਿੰਗ ਔਰ ਕਰੈਕਸ਼ਨਸ ਕਰਨੀਆਂ ਹੁੰਦੀਆਂ ਉਹ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਹਾਂ। ਪਰਫੈਕਟ ਤੇ ਨਹੀਂ ਹੋ ਸਕਦੇ, ਲੇਕਿਨ ਹਮੇਸ਼ਾ ਇਹ ਸਾਡਾ ਉਪਰਾਲਾ ਰਹਿੰਦਾ ਹੈ ਕਿ ਆਪਣੇ ਤੇ ਅਪਲਾਈ ਕਰਨ ਵਾਲੇ, ਮੇਰੇ ਤੇ ਟੁਕਾ ਕੇ, ਮੇਰੇ ਕਰੈਕਟਰ ਤੇ, ਮੇਰੇ ਸੁਭਾਅ ਤੇ ਟੁਕਾ ਕੇ ਸ਼ਬਦਾਂ ਦੇ ਅਰਥਾਂ ਨੂੰ ਕਿਵੇਂ ਸਮਝੀਏ। ਇਸ ਕਰਕੇ ਸਾਡੇ ਕਿੱਥੇ ਲਿਖਤੀ ਅਰਥਾਂ ਦੇ ਨਾਲ, ਕਈ ਵਾਰੀ ਟ੍ਰੈਡੀਸ਼ਨਲ ਅਰਥਾਂ ਨਾਲ ਮੈਸੇਜ ਮੈਚ ਨਹੀਂ ਕਰਦਾ, ਤਾਂ ਜੇ ਨਹੀਂ ਕਰਦਾ ਉਹਦੀ ਤੁਸੀਂ ਸਾਨੂੰ ਮੈਂ ਮਾਫੀ ਵੀ ਦਿਓਗੇ, ਪਰ ਅਸਹਿਮਤੀ ਔਰ ਡਿਸਐਗਰੀਮੈਂਟ ਦਾ ਤੁਹਾਨੂੰ ਪੂਰਾ ਹੱਕ ਹੈ ਤੇ ਤੁਸੀਂ ਆਪਣੀ ਇਨਪੁਟ ਪਾਣੀ ਹੋਏ ਤਾਂ ਆਪਣੀ ਸ਼ੇਅਰਿੰਗ ਕਰ ਸਕਦੇ ਹੋ ਤੁਸੀਂ, ਔਰ ਜੇ ਤੁਸੀਂ ਸਵਾਲ ਕਰਨਾ ਹੋਏ ਤਾਂ ਸਵਾਲ ਕਰ ਸਕਦੇ ਹੋ। ਤੇ ਇਹਦੇ ਨਾਲ ਜਿਤਨਾ ਮੈਕਸਿਮਮ ਇਹ ਪੁਸਤਕਾਂ ਮੇਰੇ ਵੀਰ AP ਸਿੰਘ ਜੀ ਜਿਹੜੇ ਨਿਊਯਾਰਕ ਰਹਿੰਦੇ ਨੇ, ਔਰ ਗਜਿੰਦਰ ਸਿੰਘ ਜੀ, ਇਹਨਾਂ ਦਾ ਹਮੇਸ਼ਾ ਇਹ ਹੁੰਦਾ ਹੈ ਕਿ ਬਈ ਮੈਕਸਿਮਮ ਬੁੱਕਸ ਨੂੰ ਦੁਨੀਆ ਤੱਕ ਪਹੁੰਚਾਇਆ ਕਿਵੇਂ ਜਾਏ। ਤਾਂ AP ਸਿੰਘ ਜੀ ਦਾ ਬੇਟਾ ਗੁਰਜੋਤ ਔਰ ਸਾਡਾ ਬੱਚਾ, ਮੇਰੇ ਬ੍ਰਦਰ ਦਾ ਬੇਟਾ ਸਾਹਿਬ ਸਿੰਘ, ਤੇ ਸਾਡੀ ਇੱਕ ਬੱਚੀ, ਸਾਡੀ ਭੈਣ ਭਾਵਨਾ ਤੇ ਮਾਸੀ ਜੀ, ਇਹ ਸਾਰੇ ਮਿਲ ਕੇ ਸੰਜੀਵ ਸਿੰਘ ਜੀ ਦੇ ਨਾਲ ਕੈਨੇਡਾ ਤੋਂ, ਇਹ ਸਾਰੇ ਚਾਹੁੰਦੇ ਨੇ ਕਿ ਬਈ ਮੈਕਸਿਮਮ ਏਅਰਪੋਰਟਸ ਤੱਕ ਇਹ ਪੁਸਤਕਾਂ ਨੂੰ ਪਹੁੰਚਾਇਆ ਜਾਏ, ਤਾਂ ਕਿ ਜਿਹੜੇ ਲੋਕੀ ਟਰੈਵਲ ਕਰਦੇ ਨੇ ਉਹ ਏਅਰਪੋਰਟ ਤੇ ਬੁੱਕਸ ਨੂੰ ਡਿਫਰੈਂਟ ਲੈਂਗੁਏਜਿਸ ਵਿੱਚ ਲੈ ਸਕਣ। ਈ ਬੁੱਕ ਤਿਆਰੀ ਕਰ ਰਹੇ ਨੇ ਤੇ ਤੁਹਾਡੇ ਨਾਲ ਤੇ ਅਸੀਂ ਸਾਂਝ ਕਰਨ ਵੇਲੇ ਇਸ ਉਤਸ਼ਾਹ, ਇਸ ਉਮਾ ਨਾਲ ਆਉਂਦੇ ਹਾਂ ਕਿ ਬਈ ਤੁਸੀਂ ਸੁਣਦੇ ਹੋ ਤੇ ਤੁਹਾਡੀ ਇਨਪੁਟ, ਤੁਹਾਡੀ ਸ਼ੇਅਰਿੰਗ ਜਾਂ ਤੁਹਾਡੇ ਸਵਾਲ ਸਾਨੂੰ ਇਸ ਸੇਵਾ ਤੇ ਲਾਈ ਰੱਖਦੇ ਨੇ। ਤੇ ਫਿਰ ਮੈਂ ਇਹ ਕਹਾਂਗਾ ਕਿ ਜੋ ਵੀ ਅੱਖਰ ਅਸੀਂ ਤੁਹਾਡੇ ਨਾਲ ਸਾਂਝ ਕਰਦੇ ਹਾਂ, ਉਹਨਾਂ ਵਿੱਚ ਖਾਸ ਤੌਰ ਤੇ ਅੱਜ ਕੱਲ੍ਹ ਤੇ ਸਾਡੀ ਭੈਣ ਜੁਝਾਰ ਸਿੰਘ ਜੀ ਦੀ ਮਿਸਿਸ ਸ਼ੁਮਿੰਦਰ ਕੌਰ ਔਰ
सतिंदर भैन रजौरी गार्डन तो और सतिंदर भैन बॉम्बे तो और गुरमीत सिंह, ये सारे अजकल तुहाडे नाल यूट्यूब चैनल ते हरप्रीत नाल मिल के होर मेहनत कर रहे हैं ताकि तुहानू डेली यूट्यूब चैनल भी दिखाया जाए और तुसी पुस्तकां नू मैक्सिमम प्राप्त कर सको। सो इसे कड़ी विच पिछले 25 साल तो असी तुहाडे नाल 15 अगस्त नू ही सैमीनार सांझ करांगे जिहदे च असी समझना है कि मेरी बॉडी किस तरह कुदरत दे खरे सच्चे इनएविटेबल करड़े जिसनू कहंदे ने ना बदल सकन वाले ऐसे सच दे भले वास्ते मनुखता दे भले वास्ते जिहड़े नियम बने ने उन्हां दे नियमां दे डिवाइन मैकेनिज्म्स दे मुताबिक मेरी बॉडी किस तरह काम करती है असी वो तुहाडे नाल सांझ करांगे ते ओहदे वास्ते तुसी मैक्सिमम अपने परिवारां नाल और अपने मित्रां नाल इस नूं उस दिन अपना हाजिरी भर के इसनूं विचारना है और विचार के हो सकता है कि असी एक नवी दिशा प्राप्त कर सकिए अपना जीवन दा अपने करैक्टर दा म्यार उच्चा करने वास्ते। ते जदों भी असी विचार करांगे साडा मकसद ये कदे नहीं होएगा कि असी परफेक्ट हाँ और असी तुहानू सिखा रहे हैं। सी जदों भी असी विचार करते हैं तो असी विचार इस पक्षों करते हैं कि किहड़े सानू नुकसान होए और किहड़े अज तक दुनिया विच किसी ने अपने एक्सपीरियंस सांझ कीते तो उन्हां तो असी फायदा किवें चुक सकते हैं ते ये भी जात सीख सकते हैं कि मैं अपनी इंट्रोस्पैक्शन हर पल किवें करनी है। तो हुण इस लड़ी विच जिहड़ा कमिंग सैमीनार है रूहानी काढ़त मनुखता वास्ते जिहड़ी साडी बॉडी दी बनाई गई है मनुख दी वो वाला साडा टॉपिक जिसनूं असी वैबीनार ते तुहाडे नाल करांगे और जुझार जी ये फेसबुक और जूम या किस तरीके नाल होएगा तुसी एक बारी बोल दिओ। विजय सी इनू करांगे सो डिटेल्स आर ऑलरेडी ऑन फेसबुक हेलो हाँ जी मेरी सतिंदर भैन रजौरी गार्डन तो दस रहे सन कि उन्हां दे बुजुर्ग चाची जी भी प्रोग्राम हर बारी अटेंड करते ने जूम तो कई ऐसे भी हैं जिन्होंने फेसबुक या और सारे मोड्स वरतने नहीं आते ने उन्हां वास्ते तुसी की तरीका अपना रहे हो? ਅਸੀਂ ਇਹਨੂੰ YouTube ਤੇ ਕਰਾਂਗੇ ਉਹਦੇ ਲਿੰਕ ਉਹ ਸਾਡੇ ਲਿਵਿੰਗ ਟ੍ਰੇਜਰ ਦੇ YouTube ਚੈਨਲ ਤੇ ਹੀ ਆਏਗਾ so it is the easiest mode to access। अच्छा जी ठीक है पर फिर भी तुसी मैक्सिमम सारे जो भी इंस्टाग्राम टेलीग्राम व्हाट्सएप फेसबुक यूट्यूब या जो भी तरीके ने वो सारे दे नाल मैक्सिमम क्योंकि पहला जिहड़ा पब्लिकली ऑडिटोरीयम विच सैमीनार हुंदा सी उहदे वास्ते तां तुसी सारे लोग किस तरह 2-2 महीने पहला इंडिविजुअल दे नां ते चिट्ठियां पांदे सी फिर चिट्ठियां पा के आस्ता आस्ता फिर असी लोकां नूं सैल फोन ते टैक्सट पाण लग पे फिर व्हाट्सएप ग्रुप बना लए तुसी लोकां ने तां हर जो एट प्रेजेंट जिहड़ा भी मोड है उस नूं अडॉप्ट करदे हो ते तुहाडे सारियां दी बड़ी सूझबूझ है ना कि तुसी अपडेट भी रखदे हो अपने आप नूं और करदे हो दैट्स ग्रेट। ते कुछ उन्हां बुजुर्गां दा या ऐसे लोगों दा जिहड़े फेसबुक ते नहीं हन और जिहड़े इस गिज़मो गैजेट्स नूं यूज करना नहीं जानदे ने उन्हां सारियां नूं तुसी ट्राई करना है कि उन्हां नूं मैसेज किवें मिल जाए भावें किसी नूं पर्सनल कॉल करके मैसेज दे सको या वर्ड ऑफ माउथ नाल जिस तरह भी ठीक है जी। हाँ जी सो असी अपनी अज दी जिहड़ी पुस्तक चल रही है पिछले कई हफ्तियां तो गुरबाणी दे चानण च अखाण इहदे विच
करीबन असी 100 टर्म्स या ईडियम्स या फ्रेजेस और मैटाफर्स डिस्कस कीते ने कि जदों असी उन्हां नूं गुरबाणी च पढ़ांगे तां अपने ते किवें अप्लाई करांगे ते बाणी पढ़दियां पढ़दियां नाल दे नाल गुरबाणी सैल्फ एक्सप्लेनेटरी है जे सानू वो लफ्ज़ां दे पिछे जिहड़ा भाव अर्थ है जिहड़ी इंटेंट है जिहड़ा हिडन एजेंडा है मेरा करैक्टर उच्चा करन वास्ते उस फर्स्ट पर्सन की लैंग्वेज पढ़द्या पढ़द्या अपने ते टुका के किस तरह समझना है असी ये विचारते हैं ते ये विचारद्या होया असी हुण तक जे रीकैप भी करिए तां साडा धन अर्पणा तो बाद असी आए सी 84 भुगतना सो धन अर्पणा असी समझिया सी बई दो किस्मां दा धन हुंदा है साडे कोल काचा धन या साचा धन और एक काचा धन साचा धन बाहरली मनी दी गल नहीं चल रही है मेरे अंदर भी एक आर्थिक व्यवस्था है मेरे अंदर भी इकोनॉमिक्स चलती है मेरे अंदर भी एक जिसनों कह सकते हैं व्यापार चलता है जे मैं अवगुणा नूं लैंदा हाँ और अवगुणा दा बिहेवियर बनांदा हाँ तां ऐ मेरा इंपोर्ट एक्सपोर्ट है ऐ मेरा आदान प्रदान है ऐ मेरा लैन देन है ऐ मेरा अवगुणा नूं कमाण दा ढंग और अवगुणा दे बिहेवियर नूं लोकां नाल वरतन दा ढंग जिहड़ा है ना ओनूं धार्मिक दुनिया विच काचा धन कहते हैं ओनू धार्मिक दुनिया विच ब्लैक मनी कहते हैं ओनू धार्मिक दुनिया विच जम वल्लों लिया गया टैक्स कहते हैं करम धर्म पाखंड जो दिसै तिन जम जागाती लूटै जम जागाती लूटै मीन्स जम भाव वाइसिस तुहाडे कोलों टैक्स लैंदे हन जगात जगात अरबी या फारसी या उर्दू का पुराना लफ्ज है टैक्स जकात तो बने है जे मैं कर्म कांड करा ओनू कहंदे ने कर्मी सहज ना उपजे मनु सहज नहीं आएगा सहज भाई तो वर्च्यूज है सहज चंगा गुण है कर्मी सहज ना उपजे बिन सहजे सहसा ना जाए चिंता फिकर सहसा खटका तौखला बेविश्वासी मिसट्रस्ट जे बाहरले कर्म कांड करा बाहरों शो करा मैनू सब कुछ पता है बाहरों मैं शो करा मैं बहुत किताबां पढ़िया हुई है बड़े लोगों को सुनिया होया है आई एम वेल रेड मन जाने सब बात ओवर कॉन्फिडेंस कि मैनू सब कुछ पता ही है कर्मी सहज ना उपजे है बाहरों बाहरों गलत ढंग दी फिलॉसफी सोचना और उसनू जीना इनू कर्म फलसफा कहते हैं चंगा कि मंदा ये डिपेंड साडे ते करदा मंदे कर्म सोचदा हाँ मंदी फिलॉसफी मंदा मंदे ख्यालां दा अमल फ्यूचर दी मंदे ख्यालां दे नाल प्लैनिंग जैसी रच रच बांधत पाग फुटस्टेप्स सोचने ईवल्स नू किस तरह मैं प्रैक्टिस करा सहज नहीं आएगा कर्मी सहज न उपजे ए वर्च्यू ए संत गुण ए सद गुण ए चंगा गुण ए निर्मल कर्म वाला एसेट कैपिटल गुड हैबिट दा सुभाव तेरे को नहीं आएगा कि सहज तेनू अपने आप नू मंदा काम तो रोकना पवे हाय हाय मैं नहीं करना लोग की कहेंगे वो सहज नहीं है
ਤੈਨੂੰ ਆਪਣੇ ਆਪ ਨੂੰ ਰੋਕਣਾ ਪਵੇ ਕਿ ਨਹੀਂ ਨਹੀਂ ਮੈਂ ਸ਼ਰਾਬ ਨਹੀਂ ਪੀਣੀ, ਲੋਕੀ ਕੀ ਕਹਿਣਗੇ। ਫਿਰ ਕਈਆਂ ਲੋਕਾਂ ਨੂੰ ਮੈਂ ਸੁਣਿਆ ਕਿ ਉਹ ਸ਼ਰਾਬ ਨੂੰ ਕੋਕਾ ਕੋਲਾ ਚ ਮਿਕਸ ਕਰਕੇ ਪੀ ਲੈਂਦੇ ਨੇ। ਹੁਣ ਲੋਕੀ ਕੀ ਕਹਿਣਗੇ ਤਾਂ ਗਿਆ, ਪਰ ਅੰਦਰ ਈਵਲ ਬੈਠਾ ਰਿਹਾ, ਮੰਦਾ ਖਿਆਲ ਬੈਠਾ ਰਿਹਾ, ਸਹਿਜ ਨਹੀਂ ਹੈ। ਆਟੋਮੈਟਿਕਲੀ ਆਪਣੇ ਅੰਦਰੋਂ ਮੰਦਾ ਫੁਰਨਾ, ਮੰਦਾ ਐਕਸ਼ਨ ਕਰਨ ਵਾਸਤੇ ਪੈਦਾ ਹੀ ਨਾ ਹੋਵੇ। ਜੇ ਪਹਿਲਾਂ ਪੈਦਾ ਹੁੰਦਾ ਸੀ ਤਾਂ ਉਸ ਨੂੰ ਰੋਕਿਆ ਜਾ ਸਕੇ। ਉਹਦੇ ਵਾਸਤੇ ਮਨ ਸਮਝਾਵਨ ਕਾਰਨੈ ਕਛੁਅਕ ਪੜੀਏ ਗਿਆਨ। ਉਹ ਗਿਆਨ ਕਿਤਾਬਾਂ ਵਾਲਾ ਨਹੀਂ ਹੈ, ग्रंथों वाला नहीं है, बिहारी सियारी और ग्रामर पढ़न वाला ज्ञान नहीं है। मन नूं समझाण वास्ते ग्रामर नहीं पढ़नी। हाँ, पर गुरबाणी चो असीं ग्रामर इस करके पढ़दे हां ताकि मैनूं उहदा शुद्ध उच्चारण आ सके, ताकि उहदे अर्थां दी गहराई तक मैं पहुंच सकां, ताकि जो बाणी रचन रच के जो ग्रंथ कंपाइल किया गया है ਉਹਦੀ ਬਣਤਰ ਦੇ ਇੰਟਰਨਲ ਲੌਜਿਕਸ ਨੂੰ ਮੈਂ ਸਮਝ ਸਕਾਂ, ਤਾਂ ਮੈਂ ਮੈਕਸਿਮਮ ਅਰਥਾਂ ਦੇ ਨੇੜੇ ਪਹੁੰਚ ਸਕਾਂਗਾ। ਲੇਕਿਨ ਅਰਥਾਂ ਦੇ ਨੇੜੇ ਪਹੁੰਚ ਕੇ ਮੇਰੇ ਮਨ ਨੂੰ ਸਮਝਾਉਣ ਵਾਲਾ ਜਿਹੜਾ ਸੁਨਿਆ ਹੈ, ਜੇ ਉਹ ਮਿਸ ਹੋ ਗਿਆ ਤਾਂ ਮੈਨੂੰ ਉਹਦਾ ਲਾਹਾ ਪ੍ਰਾਪਤ ਨਹੀਂ ਹੋ ਸਕਦਾ। की लाहा नहीं प्राप्त हो सकता, सहज नहीं आएगा। सुचज्जा सुभाव वाला गुण मैनू प्राप्त नहीं होएगा। सो असी बाणी दा शुद्ध उच्चारण, बाणी दी बनतर, बाणी दी ग्रामर व्याकरण, ये जितना सीखिए घट है, जितना विचारिए घट है। पर सीख के विचार के अर्थां दी गहराई तक होर जाके अल्टीमेटली यह सीखना मन समझावन कारण है, जो दे पिछों सुनिया निकल के आएगा वो मेरे मन नूं समझाउण वास्ते। वो जिहड़ा सुनिया है ना, ਉਹ ਪਕੜਨਾ, ਉਹ ਸਮਝਣਾ। ਤਾਂ ਹੀ ਹੁਣੇ ਮੈਨੂੰ ਲੱਗਦਾ ਪੁਸ਼ਪਿੰਦਰ ਵੀਰ ਹੁਣੇ ਗੱਲ ਕਰ ਰਹੇ ਸੀ ਕਿ ਪਹਿਲੇ ਜ਼ਮਾਨੇ ਜਦੋਂ ਪੇੜਾਂ ਥੱਲੇ ਬੈਠੇ ਰਹਿੰਦੇ ਸਨ ਪਿੰਡਾਂ ਵਾਲੇ, ਗ੍ਰਾਂ ਵਾਲੇ, ਉਹ ਲੋਕ ਅਨਪੜ੍ਹ ਸਨ, ਉਹਨਾਂ ਕੋਲ ਕਿਤਾਬਾਂ ਨਹੀਂ ਸੀ, ਉਹ ਕੁਝ ਵੀ ਨਹੀਂ ਪੜ੍ਹਦੇ ਸੀ, ਠੀਕ। ਪਰ ਮਨ ਸਮਝਾਵਨ ਕਾਰਨ ਵਾਲੀ ਗੱਲ ਜੇ ਸਮਝ ਆ ਗਈ ਹੈ ਤੈਨੂੰ ਪੜ੍ਹੀਏ ਗਿਆਨ ਹੀ ਕਹਿੰਦੇ। सारे पिंड नूं एक ज्ञान समझ आ गया कि ये कुएं में से पानी निकालना है, लेकिन हर कोई आएगा अपनी रस्सी डालता रह जाएगा। तो चलो विचकार ही कहते ट्राईपॉड जिहा लगा के उत्ते एक फिरकी लगा देंगे, उहदे ते एक रस्सी पा देंगे और रस्सी किनारे ते बंन देंगे। जेड़ा आएगा रस्सी दे इस खूह वाले फ्रंट ते अपनी बाल्टी बन्नेगा करके रस्सी फिर इत्थे बन के वापस चला जाएगा। एक सारे ने कॉमन एक ज्ञान ले लिया। सारियां कोल पानी देण वास्ते वड्डे वड्डे पाइप नहीं सी, इस करके सारा सोचा इंजन मिट्टी इकट्ठी करते जावांगे, विचकारों थोड़ी जी वाट बनाते जावांगे, नाली वांगू बनाते जावांगे, उस पासों ऊंचाई रखांगे, इस पासों ढलान रखांगे, पानी आपे इस पासे जाई जाएगा, उधरों पानी पाई जावांगे, सारे खेत ही पानी चला जाएगा। सारियां ने बगैर पढ़िया वाला ज्ञान ले लिया। सारियां ने देखिया कि वो बीज पांदे आ और पंछी आके खा जाता है, तो उन्होंने ओदे उत्ते मिट्टी पाई और मिट्टी पा के भार वजन रख के
बैल दे नाल ਉਹਦੇ ਉੱਤੋਂ ਸਮਤਲ ਕਰ ਦਿੱਤੀ, ਥੋੜੀ ਹਾਰਡ ਕਰ ਦਿੱਤੀ ਜ਼ਰਾ ਜੀ, ਤਾਂ ਕਿ ਪੰਛੀ ਵਿੱਚੋਂ ਬੀਜ ਨੂੰ ਕੱਢ ਕੇ ਖਾ ਨਾ ਜਾਏ। ਇਹਨੂੰ ਕਹਿੰਦੇ ਨੇ ਨਾਮ ਬੀਜ ਸੰਤੋਖ ਸੁਹਾਗਾ, ਉੱਤੇ ਸੁਹਾਗਾ ਫੇਰ ਦਿੱਤਾ ਬਈ ਬੀਜ। ਪਰ ਇਹ ਕਾਮਨ ਗਿਆਨ ਸਾਰਿਆਂ ਨੇ ਪੜ੍ਹ ਲਿਆ, ਕਿਤਾਬਾਂ ਚੋਂ ਨਹੀਂ, ਸਮਝ ਲਿਆ। ਮਨ ਨੂੰ ਇਸ ਤਰ੍ਹਾਂ ਹੀ ਸਮਝਾਉਣ ਵਾਸਤੇ ਸੁਹਾਗਾ ਫੇਰਿਆ ਜਾਂਦਾ ਹੈ। ਰੱਖ ਗਰੀਬੀ ਵੇਸ, ਗਰੀਬੜਾ ਸੁਭਾਅ ਰੱਖ। ਇਸ ਤਰ੍ਹਾਂ ਅਸੀਂ ਇਹ ਟਰਮਸ ਨੂੰ, ਇਹ ਅੱਖਰਾਂ ਨੂੰ ਸਮਝਦੇ ਹਾਂ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਧਨ ਅਰਪਣਾ ਵੇਲੇ ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੇ ਸਹਿਸਾ ਨਾ ਜਾਏ। ਉਹ ਸਹਿਸਾ ਤੇਰਾ ਕਾਚਾ ਧਨ ਹੈ, ਸਹਿਸਾ ਤੇਰਾ ਅਵਗੁਣੀ ਸੁਭਾਅ ਹੈ, ਵਾਈਸਿਸ ਨੇ ਉਹ ਘੇਰ ਕੇ ਰਹਿਣਗੇ ਤੇਰੇ ਆਸ-ਪਾਸ। ਹੋਰ ਇੱਕ ਹੋਰ ਕੀ ਮੁਸੀਬਤ ਹੋ ਜਾਏਗੀ, जितना तुसी धन नूं संभाल के रखो और जितना उसका व्यापार कर करके होर उन्होंने मल्टीप्लाई करी जाओ, तां इंज की हुंदा है, न जाए सहसा किते संजम रहे कर्म कमाए, सहसे जियो मलीन है। मन होर मैला भी होना शुरू हो जाएगा, होर मैला हुंदा जाएगा। जिन्हों जन्म जन्म की इस मन को मल लगी, काला हुआ से आखिर तू होर नेगेटिव्स पकड़दा जाएगा और अपने मन दे कपड़े उत्ते लगाई जाएगा। खनली धोती उजली, खनली की होंदा है, जिथे तेल दी डस्ट समेत सारा पूंजदा है, वो कपड़े ते तेल लगदा जांदा है, मिट्टी लगदी जांदी है, कपड़े तेल मिट्टी नाल कितना मैला हो गया वो कपड़ा। पानी च डुबोवो साफ नहीं होंदा, साबन लाते रहो साफ नहीं होता, बड़े दिन लगते ने, बड़ा कुछ करना पैंदा उस कपड़े नूं धोण वास्ते। उहदे अंदर मैल भी है और मैल ऑयल दे नाल, थिंदे दे नाल उहदियां तंदां दे अंदर वड़ गई है, उहदे एक रेशे अंदर वड़ गई है, उहनूं खनली कहंदे ने। वो साफ नहीं होंदी एवें। इंज मेरे मन दे अंदर ये मल्टीप्लाई होंदे जांदे ने अवगुण। ਜਦੋਂ ਮੇਰਾ ਧਿਆਨ ਦੂਜਿਆਂ ਵੱਲ ਤੇ ਪਿਆ ਰਹਿੰਦਾ, ਪਰ ਆਪਣਾ ਅਵਗੁਣ ਮੈਂ ਫਰੋਲਦਾ ਨਹੀਂ ਆ। ਦੂਜਿਆਂ ਨੂੰ ਪ੍ਰੂਵ ਕਰਦਾ ਕਿ ਦੂਜੇ ਅਵਗੁਣ ਆ ਰਹੇ ਨੇ। ਆਪ ਮਸਤ, ਆਪਣੀ ਮੰਜੀ ਥੱਲੇ ਸੱਪ ਹੈ। ਸੋ ਇਹ ਦਿਨਾਂ ਸਾਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਜਦੋਂ ਅਸੀਂ ਦੂਜਿਆਂ ਨੂੰ ਅਵਗੁਣਿਆਰਾ ਕਰਾਰ ਕਰਦੇ ਹਾਂ, ਦੂਜਿਆਂ ਨੂੰ ਜਸਟੀਫਾਈ ਕਰਦੇ ਹਾਂ ਕਿ ਦੂਜੇ ਅਵਗੁਣ ਆ ਰਹੇ। कदी अपने नाल अप्लाई करके देखो ना, जदों असी फर्ज करो मैनू जुकाम निछां लगियां होईयां ने, बड़ा मेरा गला खराब है और मैनू साह भी मुश्किल नाल आ रहा है और मैं कुछ खा भी नहीं पा रहा, गल भी नहीं कर पा रहा, और मैं डॉक्टर को जावां तां डॉक्टर मैनू कोई गलत चीज़ां समझावे कि देखो ए तुसी पुछे मैनू कि ए तुसी खादियां ने, ए तुसी वरतियां ने, या इंज कीता है इंज कीता है, तो मैं डॉक्टर को, बड़े लोग खाते ही ने। फिर ये कह के डॉक्टर साहब तुसी अपनी डॉक्टरी अपने कोल रखो, बड़े लोग खाते ने, बड़े लोग बीमार ने, तो डॉक्टर तुहानू कुछ पकड़ के तो बिठा नहीं सकता, ना तुहाडे गले का ऑपरेशन कर सकता है। अल्टीमेटली तो सवाल ये रहेगा कि डॉक्टर कोल आए क्यों हो, ये प्रूव करन के बाकी लोग की आदे भी गले खराब रहंदे ने गलत चीज़ां खा के, या मेरा खराब है तुसी फिलहाल मेरा ठीक। ज्ञान खंड का आखो कर्म अपना, वरना अवगुण वधदे जांदे ने, व्याज वधदी जांदी है। ओनू कहंदे ने व्याज बढ़न तो जाए। कबीर टालै टोलै दिन गया, इस तरह जिंदगी बीत जाती है, समा बीतदा जाता है, खाना पीना हसना सोना इन्हां च समा बीतदा जाता है। हाउस चोर्स दीयां गल्लां करदे रहण जाण नाल समा बीत जाता है, या अपना टब्बर या अपना शरीर इन्हां गल्लां विच ही समा बीत जाता है। ते जे इन्हां तो टाइम मिले तो फिर लोकां वाल उंगल करन ते समा बीत जाता है। टाला टोला दिन गया, व्याज बढ़न तो जाए, तेरे अवगुण होर वधदे जाणगे,
कर्मी सहज न उपजे बिन सहजे सहसा न जाए, न जाए सहसा किते संजम रहे कर्म कमाए, सहसे जियो मलीन है मन होर मैल पकड़दा जांदा है, नेगेटिव्स अवगुण पकड़दा जांदा है, कित संजम धोता जाए शब्द लागू, मन तो वो शब्द लागू। ਇਹਦਾ मतलब ਅਸੀਂ ਇੱਕ ਇੱਕ ਟਰਮ ਇੱਕ ਇੱਕ ਅੱਖਰ ਇੱਕ ਇੱਕ ਪੰਕਤੀ ਚੋਂ ਉਹ ਵਾਲੀ ਗੱਲ ਸਮਝਦੇ ਆ ਜਿਸ ਨੂੰ ਕਹਿੰਦੇ ਨੇ ਮਨ ਸਮਝਾਵਨ ਕਾਰਨ ਹੈ। ਕਛੁ ਪੜੀਏ ਗਿਆਨ, ਉਹਦੇ ਪਿੱਛੋਂ ਸੁਨਿਆ ਸਮਝਦੇ ਆ, ਉਹਨੂੰ ਪੜੀਏ ਕਹਿੰਦੇ ਨੇ। ਕਿਤਾਬ ਚੋਂ ਪੜੀਏ ਨੂੰ ਪੜੀਏ ਨਹੀਂ ਕਹਿੰਦੇ। ਉਹਨੂੰ ਜੇ ਕਿਤਾਬ ਚ ਪੜਨ ਵਾਲਾ ਸਿਰਫ ਹੋਵੇ ਤਾਂ ਗੁਰੂ ਸਾਹਿਬ ਕਹਿੰਦੇ ਨੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭਯੰਗਮ ਸਾਧ। ਉਹਨੂੰ ਤੇ ਗੁਰੂ ਸਾਹਿਬ ਕਹਿੰਦੇ ਨੇ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਣਾ ਸੁਣੀਏ, ਪੜੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਸਹਿਜ ਹੀ ਨਹੀਂ ਆਇਆ। ਇੰਜ ਅਸੀਂ ਕਾਚਾ ਧਨ ਦੇ ਬਦਲੇ ਜੇ ਸਾਚਾ ਧਨ ਵਾਸਤੇ ਮਿਹਨਤ ਕਰੀਏ, ਭਾਵ ਚੰਗੇ ਗੁਣਾਂ ਵੱਲ ਮਿਹਨਤ ਕਰੀਏ ਤਾਂ ਅਵਗੁਣ ਜਾਂਦੇ ਹਨ। ਚੰਗੇ ਗੁਣਾਂ ਦੇ ਨਾਲ ਭਾਂਡਾ ਭਰਦੇ ਜਾਈਏ, ਅਵਗੁਣਾਂ ਦੀ ਮੈਲ ਭਾਂਡੇ ਚੋਂ ਨਿਕਲਦੀ ਜਾਂਦੀ ਹੈ। ਅਵਗੁਣ ਛੋੜ ਗੁਣਾ ਕੋ ਤਾਵੋ, ਜੇ ਨਹੀਂ ਕਰਾਂਗੇ ਐਨ ਕਰ ਅਵਗੁਣ ਪਛਤਾਹੀ ਜਿਓ, ਇਸੇ 99 ਚ ਰਵਾਂਗੇ, ਇਸੇ ਚੱਕਰ ਚ ਰਵਾਂਗੇ, ਪਛਤਾਉਂਦੇ ਵੀ ਰਵਾਂਗੇ, ਮਨ ਕਰਕੇ ਬੇਚੈਨ ਵੀ ਰਵਾਂਗੇ। ਸੋ ਕਾਚਾ ਧਨ ਸਾਚਾ ਧਨ, ਇਹਦੇ ਚੋਂ ਆਪਣੇ ਅਵਗੁਣਾਂ ਦੇ ਧਨ ਹੈਬਿਟ ਸੁਭਾਅ ਨੂੰ ਸਮਰਪਣ ਕਰਨਾ, ਸਿੰਸੀਅਰਲੀ ਸਰੈਂਡਰ ਕਰਨਾ ਕਿ ਮੇਰੇ ਅੰਦਰ ਆਪਣੇ ਅਵਗੁਣ ਨੂੰ ਰਿਕਗਨਾਈਜ਼ ਕਰਨਾ। ਇਹਨੂੰ ਧਨ ਅਰਪਣਾ ਕਹਿੰਦੇ ਨੇ, ਜਿਹੜਾ ਅਸੀਂ ਉਸ ਪੰਕਤੀ ਚੋਂ ਲਿਆ ਸੀ। ਉਹ ਮਨ ਅਰਪੀ ਸਭ ਤਨ ਅਰਪੀ, ਅਰਪੀ ਸਭ ਦੇਸ਼ਾ, ਉਹ ਸਿਰ ਅਰਪੀ ਤਿਸ ਮੀਤ ਪਿਆਰੇ, ਜੋ ਪ੍ਰਭ ਦੇ ਸੰਦੇਸ਼ਾ। ਉਹਦਾ ਚਾਹਿਆ ਧਨ ਅਰਪੀ, ਮੈਂ ਆਪਣੇ ਅਵਗੁਣਾਂ ਦਾ, ਜਿਹਦਾ ਨਾਂ ਅਸੀਂ ਹੋਰ ਡਿਟੇਲ ਵਿੱਚ ਜਾ ਕੇ ਸਮਝਣ ਦਾ ਯਤਨ ਕੀਤਾ, ਅਵਗੁਣਾਂ ਦਾ ਕਾਚਾ ਧਨ ਅਰਪੀ। ਚੰਗੇ ਗੁਣ ਦਾ ਧਨ ਤੇ ਲੈਣਾ ਹੈ, ਉਹਨੂੰ ਕਹਿੰਦੇ ਨੇ ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭੈ ਨਾਲ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸਤ ਸੰਭਾਲ। ਭਾਈ ਦੇ ਰਾਮ ਕਹੋ ਚਿਤ ਲਾਏ, ਚੰਗੇ ਗੁਣ ਸੰਭਾਲ, ਚੰਗੇ ਗੁਣਾਂ ਦਾ ਖਜ਼ਾਨਾ ਸੰਭਾਲ। ਤੂੰ ਪਾਤਸ਼ਾਹ ਬਣ ਸਕਦਾ ਹੈ। ਤੂੰ ਸੋ ਦਰ ਦੇ ਅੰਦਰ ਜਾ ਕੇ ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਮੈਂ ਸਰਬ ਸੰਭਾਲੇ। ਚੰਗੇ ਗੁਣ ਤੂੰ ਸੰਭਾਲਦਾ ਹੈ, ਕੁੜਿਆਰ ਤੋਂ ਸਚਿਆਰ ਬਣਨ ਵਾਲਾ। ਸੋ ਦਰ ਦੇ ਅੰਦਰ ਜਾ ਕੇ ਸੋ ਪਾਤਸ਼ਾਹ ਸ਼ਾਹ ਪਾਤਸ਼ਾਹ ਬਣ ਜਾਂਦਾ ਹੈ। ਚੰਗੇ ਗੁਣ ਸੰਭਾਲ ਕੇ ਅਸੀਂ ਜਪਜੀ ਸਾਹਿਬ ਵਿੱਚ ਇਸ ਤਰ੍ਹਾਂ ਹੀ ਵਿਚਾਰਨ ਦਾ ਯਤਨ ਕੀਤਾ ਹੈ। ਚੰਗੇ ਗੁਣ ਜੋ ਜੋ ਅਸੀਂ ਸੰਭਾਲਦੇ ਜਾਂਦੇ ਹਾਂ ਨਾ, ਇਹ ਬੜੀ ਰੱਬੀ ਦਾਤ ਹੈ। ਚੰਗੇ ਗੁਣਾਂ ਨੂੰ ਸੰਭਾਲਣਾ, ਚੰਗੇ ਗੁਣ ਸੰਭਾਲਣ ਦੀ ਭੁੱਖ ਲੱਗ ਜਾਣੀ। ਸਾਚੇ ਨਾਮ ਕੀ ਲਾਗੇ ਭੂਖ, ਇਹ ਜਿਹੜੀ ਭੁੱਖ ਲੱਗੀ ਹੈ ਨਾ, ਇਹ ਰੱਬੀ ਦਾਤ ਹੈ, ਇਹੀ ਗੋਡ ਗਿਫਟ ਹੈ। ਇਹ ਰੱਬ ਜੀ ਨੇ ਦੇਣਾ ਨਹੀਂ ਹੈ। ਇਹਦੇ ਵਾਸਤੇ ਅਸੀਂ ਜਿੰਨਾ ਸਮਾਂ ਕੱਢਦੇ ਹਾਂ, ਇਹ ਸੱਚ ਦਾ ਸੱਦਾ ਸੁਣਦੇ ਹਾਂ ਕਿ ਤੇ ਦੁੱਖ ਭੁੱਖ ਬਾਰੇ ਵੀ ਦਾਤ ਤੇਰੀ ਦਾਤਾਰ। ਸੱਚ ਦੀ ਭੁੱਖ ਲੱਗ ਜਾਏ ਨਾ, ਇਹ ਦਾਤ ਹੈ। ਸਮਾਂ ਕੱਢ ਪਾਣਾ। ਧਨ ਅਰਪੀ ਤੋਂ ਬਾਅਦ ਸਾਡਾ ਨੈਕਸਟ ਟੌਪਿਕ ਸ਼ੁਰੂ ਹੋਇਆ ਸੀ 84 ਭੁਗਤਨਾ। ਸੋ 84 ਡਜ਼ ਨॉट ਮੀਨ ਗੁਰਬਾਣੀ ਨਹੀਂ ਮੰਨਦੀ ਕਿ ਓਨਲੀ 84 ਲੱਖ ਜੂਨਾ ਨੇ। 84 ਇੱਕ ਲਫ਼ਜ਼ ਹੈ, ਸਿਰਫ ਇੱਕ ਮੈਟਾਫਰ ਵਰਤਿਆ ਹੈ, ਬੇਅੰਤ ਜੂਨਾ, ਕਈ ਕੋਟ ਬੋ ਜੂਨ ਪਰਮਾਏ। ਤਾਂ ਪਰਮਾਏ ਕਿਸ ਤਰ੍ਹਾਂ ਹੁੰਦਾ ਹੈ? ਮੈਂ ਐਟ ਪ੍ਰੈਜ਼ੈਂਟ ਦੇਖਣ ਵਿੱਚ ਮਨੁੱਖ ਲੱਗਦਾ, ਕਰਤੂਤ ਪਸ਼ੂ ਕੀ ਮਾਨਸ ਜਾਤ। ਦੇਖਣ ਵਿੱਚ ਇਨਸਾਨ ਲੱਗਦਾ ਹਾਂ, ਪਰ ਹਾਂ ਨਹੀਂ। ਹਾਂ, ਦੇਖਣ ਵਿੱਚ ਜਿਹੜਾ ਮੈਂ ਮਾਨਸ ਲੱਗਦਾ ਨਾ,
ਚੰਗੇ ਗੁਣ ਲੈ ਕੇ ਸਤਿਗੁਰ ਦੀ ਮੱਤ ਦੇ ਰਾਹੀਂ ਜੇ ਮੇਰੀ ਟਰਾਂਸਫਾਰਮੇਸ਼ਨ ਮਤਲਬ ਮੈਂ ਆਪਣੇ ਸੁਭਾਅ ਨੂੰ ਡੇ ਬਾਈ ਡੇ ਫਿਕਸ ਕਰਦਾ ਹਾਂ, ਇਹਨੂੰ ਕਹਿੰਦੇ ਨੇ ਜਿਨ ਮਾਨਸ ਤੇ ਦੇਵਤੇ ਕੀਏ। ਇਹ ਕੋਈ ਅਸਮਾਨ ਤੇ ਬੈਠੇ ਹੋਏ ਕੋਈ ਪੁਰਾਣੇ ਪਾਸਟ ਦੀ ਸਟੋਰੀਜ਼ ਵਾਲੇ ਦੇਵਤਿਆਂ ਦੀ ਗੱਲ ਨਹੀਂ ਚੱਲ ਰਹੀ। ਦੇਵਤੇ ਮੀਨਸ ਵਰਚੂਜ਼। ਮੇਰੇ ਅਵਗੁਣੀ ਸੁਭਾਅ ਵਾਲਾ ਜਿਹੜਾ ਮੈਂ ਬਣਿਆ ਹੋਇਆ ਸੀ, ਉਹਦੇ ਬਦਲੇ ਮੈਨੂੰ ਚੰਗੇ ਗੁਣ ਦਿੱਤੇ ਮਿਲੇ। ਕਿਹਦੇ ਕੋਲੋਂ? ਬਲਿਹਾਰੀ ਗੁਰੂ ਆਪਣੇ, ਦਿਵਹਾੜੀ ਸਦਵਾਰ। ਜਿਨ ਮਾਨਸ ਤੇ, ਮਾਨਸ ਇੱਥੇ ਨੈਗੇਟਿਵ ਹੈ, ਮੇਰੇ ਨੈਗੇਟਿਵ ਪਸ਼ੁਤਾ ਵਾਲੇ ਸੁਭਾਅ ਜਿਹੜਾ ਮੈਂ 84 ਚ ਪਿਆ ਰਹਿੰਦਾ ਹਾਂ, ਮੈਂ ਰਿਅਲਾਈਜ਼ ਕਰਦਾ ਹਾਂ ਕਿ ਮੈਂ ਲੋਕਾਂ ਦੇ ਅਵਗੁਣ ਕੱਢਦਾ ਹਾਂ, ਤਾਂ ਮੈਂ ਇਲ ਹਾਂ, ਮੈਂ ਕਾਂ ਹਾਂ, ਮੈਂ ਕੁਐਕ ਕੁਐਕ ਕਰਦਾ ਹਾਂ, ਮੈਂ ਹਿਪੋਕ੍ਰੀਟ ਹਾਂ, ਮੈਂ ਬਗਲਾ ਹਾਂ, ਹੈ ਨਾ। ਇੰਜ ਆਪਣੇ ਸੁਭਾਅ ਨੂੰ ਚੈੱਕ ਕਰਦੇ ਰਹਿਣਾ, ਆਪਣੀਆਂ ਉਹਨਾਂ ਜੂਨਾਂ ਦੇ ਸੁਭਾਅ ਵਿੱਚ ਭਟਕਣਾ, ਭਰਮਣਾ, ਬਹੁਤੇ ਜਨਮ, ਬਹੁਤੇ ਫੇਰ ਪਏ ਕਿਰਪਨ ਕੋ, ਜਾਂ ਦੁਆਰੇ ਦੁਆਰ ਸਵਾਨ ਜੋ ਡੂਲਤ ਵਾਲੀ ਅਵਸਥਾ ਨੂੰ ਆਪਣੀ ਸਮਝਣਾ। ਉਹ ਨੈਗੇਟਿਵ ਦੀ ਅਵਸਥਾ 84 ਮਾਨਸ। ਜਿਨ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਹਰ। ਇੰਜ ਅਸੀਂ ਬਾਣੀ ਚੋਂ ਇੱਕ ਇੱਕ ਟਰਮ ਸਮਝਦੇ ਹਾਂ। ਤੇ ਜੇ ਮੈਂ ਇਹ ਭੁਗਤਦਾ ਹੀ ਰਵਾਂ ਹਰ ਵੇਲੇ, ਮੈਂ ਉਹ ਕੁੱਤਾ ਬਿੱਲੀ ਸੱਪ ਵਾਲਾ, ਜ਼ਹਿਰੀਲੇ ਸੱਪ ਵਾਲਾ, ਲੋਕਾਂ ਨੂੰ ਡੰਗ ਮਾਰਨ ਵਾਲਾ, ਲੋਕਾਂ ਨੂੰ ਫੱਟ ਪਾਉਣ ਵਾਲੇ ਭੈੜੇ ਬੋਲ ਬੋਲਣ ਵਾਲਾ, ਬੇਰੀ ਦੇ ਕੰਡੇ ਵਾਂਗੂ, ਕਿੱਕਰ ਦੇ ਕੰਡੇ ਵਾਂਗੂ, ਨਿੰਮ ਦੀ ਕੁੜਿੱਤਣ ਵਾਲੇ ਕੌੜੇ ਲਫ਼ਜ਼ ਮੈਂ ਜੇ ਬੋਲਦਾ ਰਵਾਂ, ਤਾਂ ਫਿਰ ਮੈਂ 84 ਭੁਗਤ ਰਿਹਾ। ਦੇਖਣ ਵਿੱਚ ਮੈਂ ਭੁਪਿੰਦਰ ਸਿੰਘ ਲੱਗ ਰਿਹਾ ਔਰ ਮੈਂ 84 ਹੀ ਭੁਗਤ ਰਿਹਾ। ਤੇ ਇਹ ਗੱਲ ਬਹੁਤ ਬਾਰ-ਬਾਰ ਅਸੀਂ ਆਪਣੇ ਪ੍ਰੋਗਰਾਮਾਂ 'ਚ ਸਮਝਣ ਦਾ ਯਤਨ ਕਰਦੇ ਹਾਂ ਕਿ 84 ਜਿਹੜੀ ਮੈਂ ਭੁਗਤ ਰਿਹਾ, ਕੋਈ ਪਿਛਲੇ ਜਨਮਾਂ ਤੋਂ ਕੋਈ ਆਤਮਾ ਨਹੀਂ ਆ ਰਹੀ ਜਿਹਦੇ ਕਾਰਨ ਮੈਂ ਭੁਗਤ ਰਿਹਾ। ਕੋਈ ਪਿਛਲੇ ਜਨਮਾਂ ਦੇ ਭਾਗਾਂ ਕਰਕੇ, ਕਿਸਮਤ ਕਰਕੇ, ਫੇਟ ਕਰਕੇ, ਮੱਥੇ ਲਿਖੇ 100 ਕਾਰਡ ਭਾਗਾਂ ਕਰਕੇ ਨਹੀਂ ਮੈਂ ਭੁਗਤ ਰਿਹਾ। ਇਹ ਮੇਰੀ ਚੁਆਇਸ ਹੈ, ਇਹ ਮੇਰੀ ਲਾਈਕਿੰਗ ਹੈ। ਇਸ ਕਰਕੇ ਮੈਂ ਸੁਭਾਅ ਪਕੜਿਆ ਹੈ, ਇੱਕ ਕਾਚਾ ਧਨ ਮੈਂ ਇਕੱਠਾ ਕੀਤਾ ਹੈ ਔਰ ਮੈਂ ਆਪਣੀ ਪਸੰਦਗੀ ਦੇ ਕਾਰਨ ਇਸ ਸੁਭਾਅ ਦੀ ਪ੍ਰੈਕਟਿਸ ਕਰ ਰਿਹਾ, ਤਾਂ ਮੈਂ 84 ਭੁਗਤ ਰਿਹਾ। ਕੋਈ ਉੱਪਰ ਰੱਬ ਮੇਰੇ ਕੋਲੋਂ ਕਠਪੁਤਲੀ ਬਣਾ ਕੇ ਮੈਨੂੰ ਨਹੀਂ ਨਚਾ ਰਿਹਾ। ਜਿਹੜਾ ਅਸੀਂ ਸਾਰਿਆਂ ਨੇ ਆਨੰਦ ਫਿਲਮ ਵਿੱਚ ਰਾਜੇਸ਼ ਖੰਨਾ ਦਾ ਇੱਕ डायलॉग सुना है ना, हम सब भगवान की कठपुतलियां है, जैसे नचा रहा है वैसे नाच रहे हैं, जब मर्जी जिसकी डोरी खींच लेता है वो मर जाता है, उसको ऊपर बुला लेता है। ए वो वाली कठपुतलियां नहीं आसी। वरना साडे समाज दे अंदर, इस दुनिया दे अंदर जो कोई भी किथे भी गलत व्यवहार हो रहा है, भावें वो डोमेस्टिक वायलेंस हो रही है, भावें समाज दे अंदर कोई गड़बड़ हो रही है, भावें इस्त्री दी दुर्दशा हो रही है, ते भावें विमेन दा ला यूज करके किथे सासुर पति नूं अपने उस मां दे पुत्र नूं जे दुखी कीता जा रहा है, ਇਹ ਰੱਬ नहीं करा रहा। ਜਿਹੜੇ ਲੋਕ ਉਹ ਵਾਲਾ ਮੰਦਾ ਕੰਮ ਕਰ ਰਹੇ ਹਨ, ਸਾਡੇ ਸਾਰਿਆਂ ਚੋਂ ਕੋਈ ਵੀ ਉਹ ਰੱਬ ਨਹੀਂ ਕਰਾ ਰਿਹਾ। ਰੱਬ ਕਠਪੁਤਲੀਆਂ ਵਾਂਗੂ ਨਚਾ ਕੇ ਨਹੀਂ ਕਰਾ ਰਿਹਾ। ਇਹ ਰੱਬ ਦੀ ਲੀਲਾ ਨਹੀਂ ਹੈ। ਇਹ ਸੱਚ ਦੇ ਜਿਹੜੇ ਨਿਯਮ ਨੇ ਨਾ, ਇਹ ਕਰ ਕਰੇ ਸੋ ਇਹ ਕਰ ਪਾਏ, ਨਾਲ ਦੇ ਨਾਲ ਚੰਗਿਆਈਆਂ ਬੁਰੀਆਈਆਂ ਵਾਚੈ ਧਰਮ ਦੂਰ,
ਨਾਲ ਦੇ ਨਾਲ ਇਹਨਾਂ ਦਾ ਨਿਬੇੜਾ ਹੋ ਰਿਹਾ ਨਾ, ਇਹ ਲੀਲਾ ਹੈ, ਇਹ ਸੱਚ ਦੀ ਕਾਰ ਹੈ, ਇਹ ਸੱਚ ਦੀ ਨਿਯਮਾਵਲੀ ਹੈ। ਵਰਨਾ ਮੈਂ ਬਗਲਾ ਬਣ ਕੇ ਅਵਗੁਣੀ ਸੁਭਾਅ ਜਿਹੜੇ ਮੈਂ ਜਾਣ ਕੇ ਮਨ ਜਾਣੈ ਸਭ ਬਾਤ ਜਾਣਤ ਹੀ ਅਵਗੁਣ ਕਰੈ, ਇਹ ਮੈਂ ਜਾਣ ਕੇ ਉਹ ਵਾਲੇ ਅਵਗੁਣ ਵਰਤਦਾ ਹਾਂ, ਇਹ ਮੈਂ 84 ਭੁਗਤ ਰਿਹਾ ਕਿਉਂਕਿ ਮੈਨੂੰ ਅਵਗੁਣਾ ਚੋਂ ਸਵਾਦ ਆ ਰਿਹਾ ਹੈ। ਉਹਨਾਂ ਦੀ ਖੁਆਰੀ ਮੈਂ ਮਹਿਸੂਸ ਹੀ ਨਹੀਂ ਕਰ ਰਿਹਾ, ਤਾਂ ਹੀ ਤਾਂ ਮੈਂ ਦੂਜਿਆਂ ਦੇ ਅਵਗੁਣ ਦੇਖਦਾ। ਦੂਜਿਆਂ ਦੇ ਅਵਗੁਣ ਦੇਖਣ ਵਾਲੇ ਨੂੰ ਕਬੀਰ ਸਾਹਿਬ ਕਾਣਾ ਕਹਿੰਦੇ ਨੇ। ਅਵਰਨ ਹਸਤ ਆਪ ਹੈ ਕਾਣੇ, ਉਸ ਇਨਸਾਨ ਨੂੰ ਕਾਣਾ ਕਹਿੰਦੇ ਹਨ ਜੋ ਆਪਣਾ ਅਵਗੁਣ ਵੇਖਦਾ ਨਹੀਂ ਹੈ, ਪਰ ਜਿਹੜੀ ਦੂਜੀ ਅੱਖ ਖੁੱਲੀ ਹੈ ਉਹਦੇ ਨਾਲ ਦੂਜਿਆਂ ਦਾ ਅਵਗੁਣ ਦੇਖਦਾ ਹੈ, ਆਪਣੇ ਦੇਖਣ ਵਾਲੀ ਅੱਖ ਬੰਦ ਹੈ। अवरन हस्त आप हैं काणे, तिनको देख कबीर लजाने। कबीर साहब कहते ने मैनू लज्जा आंदी है ऐसे ख्यालों तो जिन्हां दे नाल दूजियां दा अवगुण फरोलदे रहो, और अपनी आप नड़े गिरबान मैं सिर नीमा कर वेख, अपनी इंट्रोस्पैक्शन दे नाल जिहड़ियां अखां दे नाल देखिया जांदा उस पासों काणे ब्लाइंड 84 भुगतना। ये 84 लफज बड़ा इंपॉर्टेंट है, बाणी अंदर बहुत आता है। लोगों को ये बारे भुलेखा है कि असी पिछले जन्म विच कुत्ता बिल्ली सी और इस तो बाद अगले जन्म विच कुत्ता बिल्ली बन जावांगे। बड़ी मुश्किल दे नाल 84 दा चक्कर कट के 84 लाख जूना दा कई सदियां कई युगां दे नाल वो चक्कर कट के सानू किसी चंगे काम दे कारण यह शरीर मनुखा दे मिली है। यह थ्योरी लोगों ने अपनी प्रचलित हजारां सालों तो बना के मन्नी हुई है, रग रग दे अंदर बैठी हुई है। इस करके साडी पुस्तक जिसका नाम असीं रखिया है जीवन मुकत, वो कैनेडा दी मैगजीन छपदी सी। वो मैगजीन वालियां ने मैनूं कहा सी कि गुरबाणी अनुसार असी जींदे जी इसे शरीरक मनुखता दे मनुख वाला जीवन जिन्हों कहंदे ने ह्यूमन बीइंग वाला, इहदे दौरान असी पल पल आवागमन विच किवें पैंदे आ दे उत्ते पुस्तक लिखो। तां ये पुस्तक उन्हां वास्ते लिखी गई सी। साडी लिविंग ट्रेजर दी शेल्फ ते हिंदी और पंजाबी च है। अजकल मेरे वीर पुष्पिंदर और मिंदरपाल सिंह जी उन्होंने इंग्लिश विच कर रहे हैं ते इंग्लिश वास्ते उहदी अटैम्प्ट काफी चिर तो चल रही है। पुस्तक का नाम है जीवन मुकत। वो एक होर अलग पुस्तक है जिहदे विच असीं आर्टिकल्स सांझ कीते ने, उहदा नाम है जीवन जुगत। जीवन मुकत पुस्तक दे अंदर असी पल पल आवागमन कर्मा थ्योरी किवें जी रहे हाँ, साडे ते किवें अप्लाई हो रहा है, ये वाले सारे पॉइंट्स उहदे अंदर डिस्कस किए गए ने। सो बाणी अंदर जिहड़े लफज आए ने 84 लाख जून, बहुत जन्म, कई जन्म पे कीट पतंगा, वो भी असी सैमीनार किया है, कई जन्म पे कीट पतंगा, गोबिंद मिलन की बरिया, ये सारे तुसी अपने यूट्यूब चैनल ते उसनू सबसक्राइब भी करा लो। ते इस तो असी ये वाले पॉइंट नू जितना ज्यादा डिस्कस करिए उतना समझ आएगा अपना एक 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 अवगुण किस तरह मैं मनुखता दे बदले, मनुख दे बदले, रियल इंसान दे बदले, इंसानियत भरपूर फुल ऑफ ह्यूमैनिटी दे बदले किस तरह मैं होरना जूना वाला ट्रेट, होरना जूना वाला सुभाव जी रहा हाँ, जो कि मेरे वास्ते नेगेटिव साबित हो रहा है, मेरा सुभाव खराब कर रहा है। उन्होंने कहते हैं करतूत पशु की।
ਮਾਨਸ ਜ਼ਾਤ 84 ਭੁਗਤਣਾ। ਫਿਰ ਇਹ ਰੱਬ ਨਹੀਂ ਭੁਗਤਵਾ ਰਿਹਾ, ਕੋਈ ਰੱਬ ਸਾਡੇ ਕੋਲੋਂ ਮੰਦਾ ਕੰਮ ਜ਼ਬਰਦਸਤੀ ਨਹੀਂ ਕਰਾ ਰਿਹਾ, ਅਸੀਂ ਉਹਦੀਆਂ ਕਠਪੁਤਲੀਆਂ ਨਹੀਂ ਹਾਂ। ਉਹ ਰੱਬ ਐਸੇ ਵਾਸਤੇ ਗੁਰਮਤ ਇਸ ਪੁਆਇੰਟ ਤੇ ਬਹੁਤ ਕਲੀਅਰ ਕਰਦੀ ਹੈ, ਇਹ ਤੇਰਾ ਆਪਣਾ ਅਵਗੁਣ ਹੈ, ਤੇਰੀ ਇਗਨੋਰੈਂਸ ਕਰਕੇ, ਤੇਰੀ ਐਰੋਗੈਂਸ ਕਰਕੇ, तेरे हंकार करके कि मैनू सब कुछ पता है, आई एम ऑलरेडी परफेक्ट। पर तू कुशल नहीं है, तू चैन च नहीं है, तू एक्सटेसी च नहीं है, तू आनंद च नहीं है। ਦੂਜਿਆਂ ਤੇ ਅਹਿਸਾਨ ਕਰਨਾ, ਦੂਜਿਆਂ ਦੇ ਅਵਗੁਣ ਫਰੋਲਣਾ, ਦੂਜਿਆਂ ਨੂੰ ਡੋਮੀਨੇਟ ਕਰਨਾ, ਦੂਜਿਆਂ ਨੂੰ ਘਟੀਆ ਫੀਲ ਕਰਾਣਾ, ਦੂਜਿਆਂ ਦੇ ਬਾਰੇ ਨਿੰਦਾ ਕਰਨੀ, ਇਹ ਜਿਹੜਾ ਸੁਭਾਅ ਹੈ ਨਾ, ਇਹ ਆਪਣੇ ਆਪ ਵਿੱਚ ਸ਼ੋ ਕਰਦਾ ਹੈ ਕਿ ਤੂੰ ਚੈਨ ਵਿੱਚ ਨਹੀਂ ਹੈ, ਤੂੰ ਬੇਚੈਨ ਹੈ। जे तेरी झील और स्पिरिट, तेरी भावना, तेरा हर वेले सच दे वास्ते धुनमें ध्यान नहीं है ना, तो सब चतराई सियाणपा किते कम ना आनिया। जे उस पासे नहीं लग्या ना, उधरों पुट के उस पासे ध्यान नहीं लग्या ना, तां जन्म जुए हारिया। तू कर ले जितना भी करना है, तू कर ले, तू अपना घर चला ले, टब्बर पाल ले, वोटी बच्चे पाल ले, बिजनेस कर ले, नौकरी कर ले, काम कर ले, सब कुछ कर ले, मना नहीं है। ये भैड़े नहीं हन, ये गलत नहीं हन, इन्हां दी निंदा करके जंगल विच जाना बेकार है। पर एक करदियां करदियां इनू जस्टिफाई करदियां तैनू ओदा समा नहीं मिल रहा, सच खोजण दा, सच वल समा लगाण दा। ये करदियां इन्हां विचों ही हसंदियां, खेलंदियां, पहनंदियां, खावंदियां विचे होवे मुकत, इहदे विचों ही अपनी नींदर दा समा कढ, अपने आराम दा समा कढ, अपने कंफर्ट जोन दा समा कढ, अपने शरीर दे सुखां तो उपर उठ के दा समा कढ। जे तू यही जस्टिफाई करता रहेगा ना, 10 घंटे सोना जरूरी है, इस वेले है करना जरूरी है, इस वेले है करना जरूरी है, तो फिर ठीक है, योर चॉइस, निंदा नहीं है। पर जन्म जुए हारिया, one has to see, वरना सो वे जिया अपना किया कमाना असी पा रहे हैं। दद्दा दोष न देव किससे, दोष कर्मा अपने, जो मैं किया सो मैं पाया, दोष न दीजिए अवर जना, डोंट थ्रो ब्लेम ऑन अदर्स। जदों सानू ये आदत पै जाती है ना ब्लेम ऑन अदर्स दी, फिर असी 84 ही भुगतदे हां, 84 दे उस गेट चों निकलदे नहीं हां। ਇਹ 84 ਭੁਗਤਣਾ। ਇਸ ਤੋਂ ਬਾਅਦ ਸਾਡਾ ਨੈਕਸਟ ਚੈਪਟਰ ਸ਼ੁਰੂ ਹੋਇਆ। ਹਾਂਜੀ,
ਅੱਜ ਕੌਣ ਪੜੇਗਾ? ਜੁਝਾਰ ਹੈ, ਹਰਪ੍ਰੀਤ ਹੈ, ਉਹਦੇ ਮੰਮੀ ਪੁਸ਼ਪਿੰਦਰ ਹੈ, ਪੁਸ਼ਪਿੰਦਰ ਦੇ ਮੰਮੀ ਹੈ ਮਾਸੀ ਜੀ ਨੇ, ਜਾਂ पुनीत कौर है। कौन आज पढ़ेगा जी? जी वीर जी मैं पढ़ हाँ जी, 11 नंबर दोबारा तो पढ़ो। लोक परलोक गवावना, मंदे ख्यालां कारण मंदे अमलां वाली जिंदगी जीवना ही लोक परलोक गवावना कहलाउंदा है। हाँ जी, पिछली बार ਅਸੀਂ डिस्कस कर चुके हैं। लोक मतलब ਮੇਰੇ ਸ਼ਰੀਰ ਅਤੇ ਮੇਰੇ ਸ਼ਰੀਰ ਦੇ ਕਾਰਨ ਮੇਰਾ ਬਾਹਰ ਵਾਲਾ ਜੋ ਕੁਛ ਹੀ ਇਸ ਦੁਨੀਆ ਵਿੱਚ ਸੰਸਾਰ ਵਿੱਚ ਲੋਕਾਂ ਨਾਲ ਜਿਹੜਾ ਮੇਰਾ ਬਿਹੇਵੀਅਰ ਹੈ। ਤੇ ਪਰਲੋਕ ਤੁਸੀਂ ਬੋਲੋ ਪੁਸ਼ਪਿੰਦਰ ਜੀ, ਪਰਲੋਕ। ਹਾਂਜੀ ਵੀਰ ਜੀ, ਜਿਹੜਾ ਸਾਨੂੰ ਦਿਸਦਾ ਨਹੀਂ ਹੈਗਾ, ਜਿਹੜਾ ਸਾਡੇ ਅੰਦਰ ਚੱਲਦਾ। ਨਹੀਂ, ਇਹ ਲਫ਼ਜ਼ ਚੱਲ ਰਿਹਾ ਲੋਕ ਪਰਲੋਕ ਗਵਾਉਣਾ। ਪਰਲੋਕ ਗਵਾਉਣਾ ਕੀ ਹੋਇਆ? ਮਤਲਬ ਅੰਦਰ ਦਾ ਜਿਹੜਾ ਕਰੈਕਟਰ ਬਿਲਡਿੰਗ ਜਿਹੜੀ ਹੈਗੀ ਹੈ, ਜਿਹੜੀ ਸਾਡੀ ਸੋਚਣੀ ਹੈ, ਉਹ ਵੀ ਗਵਾਇਆ। ਜਿਹੜੀ ਅੰਦਰੋਂ ਸੱਚੀ ਮੱਤ ਆ ਰਹੀ ਸੀ ਉਹ ਵੀ ਗਵਾਈ, ਤੇ ਬਾਹਰ ਜਿਹੜਾ ਲੋਕ ਸੀਗਾ ਉਹ ਵੀ ਗਵਾਇਆ। ਸੋ ਇਹਦਾ ਮਤਲਬ ਲੋਕ ਦੇ ਕਾਰਨ ਪਰਲੋਕ ਗਵਾਇਆ, ਜਾਂ ਪਰਲੋਕ ਪਹਿਲਾਂ ਗਵਾਇਆ ਤਾਂ ਉਹਦੇ ਕਾਰਨ ਲੋਕ ਚਲਾ ਗਿਆ? ਹਾਂਜੀ ਵੀਰ ਜੀ, ਪਹਿਲੇ ਪਰਲੋਕ ਗਵਾਇਆ ਫਿਰ ਲੋਕ ਚਲਾ ਗਿਆ। ਹਾਂ, ਇਹ ਗੱਲ ਹੋਈ ਨਾ। ਫਿਰ ਪਹਿਲਾਂ ਮੈਂ ਅੰਦਰੋਂ ਚੰਗੇ ਗੁਣਾਂ ਨੂੰ ਤਿਲਾਂਜਲੀ ਦਿੱਤੀ। ਸਾਡੇ ਪ੍ਰੋਗਰਾਮ ਦਾ ਕੀ ਨਾਮ ਹੈ? ਜੀਵਨ ਜਾਚ ਦਾ ਖਜ਼ਾਨਾ, ਦਾ ਲਿਵਿੰਗ ਟ੍ਰੇਜਰ। ਥੈਂਕ ਯੂ। ਸਾਡੇ ਕੋਲ ਜੀਵਨ ਜਾਚ ਦਾ ਖਜ਼ਾਨਾ ਸਾਡੇ ਕੋਲ ਅੰਦਰ ਹੈ ਨਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਨਾ। ਹਾਂਜੀ, ਹਮ ਕਰ ਨਾਮ ਖਜ਼ਾਨਾ ਸਦਾ ਹੈ ਨਾ। ਇਹਦਾ ਮਤਲਬ ਵੀ ਆਲ ਆਰ ਬਲੈਸਡ ਬਾਈ ਗੋਡ ਲਾਈਕ ਕੁਆਲਿਟੀਜ਼। ਸਾਨੂੰ ਸਭ ਨੂੰ ਰੱਬ ਨੇ ਇਹ ਦਿੱਤੀਆਂ ਹੋਈਆਂ, ਕੋਈ ਵੀ ਘੱਟ ਨਹੀਂ ਹੈ। ਬਿਲਕੁਲ ਵੀਰ ਜੀ। ਸਾਰੇ ਰੱਬੀ ਕਾੜਤ ਵਿੱਚ ਯੂਨੀਕ ਹਨ। ਹਾਂਜੀ ਹਾਂਜੀ ਵੀਰ ਜੀ, ਠੀਕ ਹੈ। ਜੇ ਸਾਰਿਆਂ ਕੋਲ ਰੱਬੀ ਗੁਣ ਹਨ, ਗੋਡ ਲਾਈਕ ਕੁਆਲਿਟੀਜ਼, ਆਈਡੀਅਲਸ, ਮੋਰਲਸ ਵਾਲਾ ਸੁਚੱਜੇ ਜੀਵਨ ਦੀ ਹੈ, ਉਹ ਵਾਲੀ ਖਜ਼ਾਨੇ ਦੀ ਪੋਟਲੀ, ਉਹ ਵਾਲੇ ਖਜ਼ਾਨੇ ਨੂੰ ਨਾ ਵਰਤ ਸਕਣਾ ਪਰਲੋਕ ਗਵਾਉਣਾ। ਜਿਉਂ ਹੀ ਮੈਂ ਪਰਲੋਕ ਗਵਾਇਆ, ਮੈਂ ਉਹ ਚੰਗੇ ਗੁਣਾਂ ਨੂੰ ਤਿਲਾਂਜਲੀ ਦਿੱਤੀ, ਇਗਨੋਰ ਕੀਤਾ, ਮਿਸਬਿਹੇਵ ਨੂੰ ਪਸੰਦ ਕੀਤਾ, ਤਾਂ ਮੇਰਾ ਬਾਹਰਲਾ ਬਿਹੇਵੀਅਰ ਖਰਾਬ ਹੋਏਗਾ। ਇਹਨੂੰ ਅਸੀਂ ਕੀ ਕਵਾਂਗੇ? ਲੋਕ ਗਵਾਉਣਾ। ਹਾਂਜੀ ਵੀਰ ਜੀ, ਜਿਵੇਂ ਅਸੀਂ ਕਹਿੰਦੇ ਆ ਨਾ ਕਿ ਮੈਂ ਜਿਵੇਂ ਪੜ੍ਹਦਾ ਨਹੀਂ ਸੀ ਤੇ ਉਹ ਕਹਿੰਦੇ ਸੀਗੇ ਕਿ ਉਹ ਨਾ ਫੇਲ ਹੋਏਗਾ ਜੇ ਤੂੰ ਐਗਜ਼ਾਮ ਲਈ ਪੜ੍ਹੇਗਾ ਨਹੀਂ ਤਾਂ। ਤੂੰ ਫੇਲ ਹੋਏਗਾ ਜੇ ਪੜ੍ਹੇਗਾ ਨਹੀਂ ਤਾਂ। ਸੋ ਉਸੇ ਤਰ੍ਹਾਂ ਮੈਨੂੰ ਲੱਗਦਾ ਕਿ ਪਹਿਲੇ ਆਇਆ ਹੈ ਕਿ ਵੀ ਲੋਕ ਗਇਓ ਪਰ ਲੋਕ ਗਵਾਇਓ। ਹਾਂ, ਪਰ ਲੋਕ ਕੀ ਸਮਝਦੇ ਨੇ? ਪਹਿਲਾਂ ਲੋਕ ਜਾਂਦਾ ਹੈ ਤਾਂ ਪਰਲੋਕ ਗਵਾਇਓ ਸਮਝਦੇ ਨੇ ਵੀ ਮਰਨ ਤੋਂ ਬਾਅਦ ਰੱਬ ਦੇ ਕੋਲ ਨਹੀਂ ਜਾ ਪਾਏਗਾ, ਨਰਕ ਵਿੱਚ ਚਲਾ ਜਾਏਗਾ। ਲੋਕੀ ਇਹ ਭੁਲੇਖਾ ਆਮ ਤੌਰ ਤੇ ਖਾਂਦੇ ਹਨ ਕਿ ਪਹਿਲਾਂ ਲੋਕ ਬਰਬਾਦ ਕੀਤਾ, ਲੋਕ ਵਿੱਚ ਖਾਣਾ ਪੀਣਾ ਹੱਸਣਾ ਸੋਹਣਾ ਕਰ ਲਿਆ, ਲੋਕ ਵਿੱਚ ਮੰਦੇ ਖਿਆਲਾਂ ਨਾਲ ਜੁੜਿਆ ਰਿਹਾ। ਮਰਨ ਤੋਂ ਬਾਅਦ परलोक नहीं जा पाओगे भाई। परलोक मतलब स्वर्ग, परलोक मतलब मरने के बाद हेवन, परलोक मतलब जन्नत, परलोक मतलब ऊपर आसमान ते कोई
ਜਿੱਥੇ ਰੱਬ ਜੀ ਰਹਿੰਦੇ ਨੇ, ਪੈਰਾਡਾਈਜ਼। ਇਹੀ ਦੁਨੀਆ ਸਮਝਦੀ ਹੈ ਨਾ। ਜੀ ਵੀਰ ਜੀ। ਅੱਛਾ, ਅਸੀਂ ਕਿਉਂ ਇਸ ਤਰ੍ਹਾਂ ਕਹਿ ਰਹੇ ਹਾਂ ਕਿ ਦਰਅਸਲ ਉਹ ਪਰਲੋਕ ਅੰਦਰ ਹੈ? ਅਸੀਂ ਕਿਉਂ ਕਹਿ ਰਹੇ ਹਾਂ? ਕਿਉਂਕਿ ਸਾਨੂੰ ਬਾਣੀ ਕਹਿੰਦੀ ਹੈ, ਬਾਣੀ ਕਹਿੰਦੀ ਹੈ ਵਸੀ ਰੱਬ ਹਿਆਲੀ ਹੈ। ਬਾਣੀ ਕਹਿੰਦੀ ਹੈ ਕਾਹੇ ਰੇ ਬਨ ਖੋਜਨ ਜਾਈ ਸਰਵ ਨਿਵਾसी सदा लेपा तो ही संग समाई। जिस भगवान की तू बातें कर रहा है ना, वो बाहर है, वो गॉड खुदा अल्लाह वागुरु बाहर है, वो तेरे अंदर है। हाँ जी। तो जे तेरे अंदर है तो रब सुमत बख्शदा है, कुमत ते बख्शदा ही नहीं है। कुमत ਉਹਦੇ ਕੋਲ ਹੈ ਹੀ नहीं है। मीठ बोलना जी हरसंजन स्वामी मोरा मुसम्मल थे कि जो कदे ना बोले कौड़ा, कौड़ा बोल ना जाने। कौड़ा बोलना, सजा देना, भैड़े बोल बोलना, किसी नू हीठली उतली कर देना, किसी दी बर्बादी कर देना, वो वाला हॉरर ड्राकुला वाला थानेदार रब ते गुरबाणी नहीं मनदी ना। हाँ जी वीर जी, बिल्कुल नहीं मनती। गुरबाणी ते जेल विच कैद विच पांदी ही नहीं है ऐसे वाले रब वाले कॉन्सेप्ट नाल। तो जो गुरबाणी ये कह रही है कि वो रब तेरे अंदर वसदा है, ਇਹਦਾ ਮਤਲਬ ਰੱਬ ਕਨਸੈਪਟ ਹੈ ਚੰਗੇ ਗੁਣਾਂ ਦਾ, ਕਿਉਂਕਿ ਅੰਦਰ ਘਰ ਹੀ में अमृत भरपूर है। अमृत रब मतलब अमृत। ਜਦੋਂ कह रही है हम कर नाम खजाना सदा है, रब मतलब चंगे गुणों का खजाना। पर मैं इस शरीर दे चस्कियां दे स्वादां दे कारण मेरा मन भुलेखा खा के ਉਹ ਵਾਲੇ ਰੱਬੀ ਗੁਣ ਨੂੰ ਗਵਾਉਂਦਾ ਹੈ। 10 ਬਸਤੂਲੇ ਪਾਛੇ ਪਾਵੇ, ਇੱਕ ਬਸ ਕਾਰਨ ਵੀ ਖੋਟ ਗਵਾਵੇ। ਵੀ ਖੋਟ ਹੁੰਦਾ ਹੈ ऑनेस्टी वाली, बगैर खोट वाली, बगैर इंप्योरिटीज वाली मत गवा ली। Isn't it? हाँ जी। भी खोट गवावे, परलोक गवावे, अमृत गवावे, चंगे गुण गवावे। 10 वस्तु दे कारण है 10 वस्तु। इन्हां दे पिछे चलता है, ओनू इग्नोर करता है। एक वस्त कारण ਉਹ ਵਾਲੀ नहीं ਲਈ, बिखोट गई, आकी गई खोट वाली मत आ गई, कुड़ियार वाली मत आ गई, इंप्योरिटीज वालियां थॉट्स आनियां शुरू हो गई। यही तो साडा कमिंग अगस्त दा 15 अगस्त दा सैमीनार है। ए साडी मन दे अंदर जीवन जुगत पुस्तक तुसी टॉपिक रखिया ना, मन की है। हाँ जी। मन फुरने कट्ठे करदा है, सब बिखोट वाली मत नू गवा के खोट वाली, इंप्योरिटीज वाली, वाइसिस वाली, मंदे ख्यालों वाली, बैड हैबिट्स वाली, नेगेटिव थॉट्स ने फुरने कट्ठे करने शुरू कर देते। यही तो असी मैकेनिज्म उस दिन समझ रहे हैं 15 अगस्त में। डिवाइन मैकेनिज्म्स जे समझ आ गया ना, तब फिर मैं फुरने और किस तरह इंप्योरिटीज वाले ना पकड़िया करा, ए खेड समझ आ जाएगी। बहुत इंटरेस्टिंग, बिल्कुल नवा सब्जेक्ट होएगा साडे सब वास्ते, ट्रांसफॉर्मेशन वास्ते। हाँ जी। जिवें असीं ओ नवा जन्म शब्द समझिया सी ना, राजा राम काकरी आंबड़े पकाए, है ना। हाँ जी। इंज ए वाला डिवाइन मैकेनिज्म ऑफ ह्यूमन बॉडी असी जिहड़ा सैमीनार मनुख दी रूहानी काड़त
ਉਸ ਦਿਨ ਅਸੀਂ 15 ਅਗਸਤ ਨੂੰ ਇੰਡੀਅਨ ਟਾਈਮ ਤੇ 5:30 PM ਸਾਂਝ ਕਰਾਂਗੇ। ਇਹਦਾ ਸਮਾਂ ਤੁਸੀਂ ਖੁੱਲਾ ਰੱਖਣਾ ਤਾਂ ਕਿ ਕੁਐਸਚਨ ਆਨਸਰਸ ਔਰ ਉਹ ਸਾਰਾ ਕੁਝ ਖੁੱਲਾ ਡਿਟੇਲ ਡਿਸਕਸ ਹੋ ਸਕੇ। ਹਾਂਜੀ ਵੀਰ ਜੀ, ਸ਼ੋਰ। ਸੋ ਸੰਗਤਾਂ ਨਾਲ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਸ ਦਿਨ ਖੁੱਲਾ ਸਮਾਂ ਹੋਏਗਾ। ਹਾਂਜੀ ਵੀਰ ਜੀ, ਜਿਵੇਂ ਅਸੀਂ- 5:30 ਵਜੇ ਸ਼ੁਰੂ ਕਰਕੇ ਤੇ ਕਾਫੀ ਸਮਾਂ ਹੈਗਾ, 3-4 ਘੰਟੇ ਦਾ ਟਾਈਮ ਹੈ। ਠੀਕ ਹੈ, ਸੋ ਓਪਨ ਰੱਖਣਾ ਹੈ, ਕੁਐਸਚਨ ਆਨਸਰਸ ਵਾਸਤੇ ਵੀ ਓਪਨ ਰੱਖਣਾ ਹੈ ਔਰ ਫੇਸਬੁੱਕ ਜਾਂ ਉਹਦੇ ਤੇ ਜਿਹੜੇ ਕੁਐਸਚਨ ਬਾਅਦ ਵਿੱਚ ਵੀ ਆ ਜਾਣ ਉਹਨਾਂ ਨੂੰ ਈਮੇਲ ਜਾਂ ਉਹਨਾਂ ਦਾ ਇੰਡੀਵਿਜੂਅਲ ਦਾ ਨੰਬਰ ਲੈ ਕੇ ਉਹਨਾਂ ਨੂੰ ਅਸੀਂ ਪਰਸਨਲੀ ਜਵਾਬ ਵੀ ਦੇਣਾ ਹੈ। ਠੀਕ ਹੈ ਨਾ? ਠੀਕ ਹੈ ਵੀਰ ਜੀ। ਸੋ ਲੋਕ ਮੇਰਾ ਤਾਂ ਖਰਾਬ ਹੋਇਆ ਹੈ ਕਿਉਂਕਿ ਮੈਂ ਪਰਲੋਕ ਗਵਾਇਆ ਹੈ। ਪਹਿਲਾਂ ऑनेस्टी वाली, आइडियल्स वाली, प्योरिटी वाली, रबता वाली, सतगुर दी मत वाली नूं मैं पहला इग्नोर कीता है। परलोक गवायो ओदे कारण, ओदे सिट्टे दे कारण, ओदे आफ्टर इफेक्ट दे कारण, बिकॉज ऑफ दैट नुकसान मेरा यह नुकसान हो गया कि हुण मेरा लोक भी गया, मेरा बारला बिहेवियर नेगेटिव स्टार्ट्स। ਹਾਂਜੀ कोई रब नहीं करा रहा, कोई कठपुतली बना के नहीं नचा रहा। ਇਹਦਾ मतलब काठ की पुतरी कहाँ करे बपरी, ऐसे शब्द ਅਤੇ ਨੱਕ ਨੱਥ ਖਸਮ ਹੱਥ, ਇਹ ਸਾਰੇ ਸ਼ਬਦ ਅਸੀਂ ਉੱਥੇ ਕੀ ਕਹਿੰਦੇ ਨੇ द्वारका ਦੇ ਗੁਰਦੁਆਰੇ ਅਸੀਂ ਸ਼ਬਦ ਸਾਂਝ ਕੀਤੇ ਹੋਏ ਨਾ। ਜੀ ਜੀ ਜੀ। ਇਹਨਾਂ ਦੀ ਵੀ ਤੁਸੀਂ ਲੜੀਵਾਰ ਹਰਪ੍ਰੀਤ ਨਾਲ ਗੱਲ ਕਰਕੇ ਨਾ ਇਹਨਾਂ ਦੀ ਲੜੀਵਾਰ ਵੀਡੀਓ ਵੀ ਚਲਾ ਸਕਦੇ ਹੋ YouTube ਚੈਨਲ ਤੇ। ਹਾਂਜੀ ਠੀਕ ਹੈ ਵੀਰ ਜੀ, ਜ਼ਰੂਰ। ਸੋ ਅਸੀਂ ਕਠਪੁਤਲੀ ਹਾਂ ਕਿ ਨਹੀਂ ਹਾਂ, ਰੱਬ ਬਣਾ ਕੇ ਨਚਾ ਰਿਹਾ ਕਿ ਨਹੀਂ ਨਚਾ ਰਿਹਾ, ਸ਼ੈਤਾਨ ਬਣਾ ਕੇ ਨਚਾ ਰਿਹਾ ਕਿ ਨਹੀਂ ਨਚਾ ਰਿਹਾ, ਪਿਛਲੇ ਜਨਮ ਦੀ ਕਿਸਮਤ ਕਰਕੇ ਨੱਚ ਰਿਹਾ ਕਿ ਨਹੀਂ ਨੱਚ ਰਿਹਾ, ਜਾਂ ਮੇਰਾ ਮਨ ਮੈਨੂੰ ਨਚਾ ਰਿਹਾ ਹੈ। ਇਹੀ ਸਮਝਣਾ ਹੈ। दुनिया का कोई भी मनुख एथिस्ट है, कम्युनिस्ट है, रब मनदा है नहीं मनदा, रब ते विश्वास रखदा है नहीं कर रखदा, किस मजहब दा है किस धर्म दा है, भावें धर्म नहीं मनदा, जो मर्जी है मनुख, जिस मर्जी जेंडर दा है, जिस मर्जी स्टेटस दा है, वो इस मैकेनिज्म नूं समझेगा ना कि की है। है ना? हाँ जी जी। हाँ जी, अगे लोक परलोक गवाउणा कहलांदा है। एक बारी तुसीं बोलदे हो लोक परलोक गवाउणा की कहलांदा है? जिवें ਉਹ ਲਿਖਿਆ ਹੈ ਕਿ ਵੀ ਮੰਦੇ ਖਿਆਲਾਂ ਕਾਰਨ ਮੰਦੇ ਅਮਲਾਂ ਵਾਲੀ ਜ਼ਿੰਦਗੀ ਜਿਉਣਾ ਹੀ ਲੋਕ ਪਰਲੋਕ ਗਵਾਉਣਾ ਕਹਿਲਾਉਂਦਾ ਹੈ। यानी कि ਅਸੀਂ ਪਹਿਲੇ ਚੰਗੇ ਗੁਣਾਂ ਨੂੰ ਵਿਸਾਰ ਦਿੰਦੇ ਹਾਂ, ਉਸ ਤੋਂ ਬਾਅਦ ਸਾਡਾ ਲੋਕ ਜਿਹੜਾ ਹੈ ਉਹ ਵਿਅਰਥ ਜਾਂਦਾ ਹੈ। ਸੋ ਚੰਗੇ ਗੁਣ ਜਿਹੜੇ ਮੇਰੇ ਕੋਲ ਹਨ ਉਹਨੂੰ ਪਰਲੋਕ ਕਹਿੰਦੇ ਨੇ, ਪਰਲੌਕਿਕ ਗੁਣ ਕਹਿੰਦੇ ਨੇ, ਹਾਂਜੀ ਧੁਰ ਕੀ ਬਾਣੀ ਕਹਿੰਦੇ ਨੇ, ਹੈ ਨਾ? ਰੱਬੀ ਪੈਗਾਮ, ਖੁਦਾਈ ਪੈਗਾਮ ਕਹਿੰਦੇ ਨੇ। ਤੇ ਉਹਦੇ ਵਿੱਚ ਸਿਰਫ ਪੋਜ਼ਿਟਿਵਸ ਹੁੰਦੇ ਨੇ। ਜੇ ਮੈਂ ਕਿਸੇ ਬੰਦੇ ਦਾ ਮਰਡਰ ਕਰਦਾ ਹਾਂ, ਮੈਂ ਕਹਾਂ ਕਿ ਮੈਨੂੰ ਖੁਦਾਈ ਪੈਗਾਮ ਆਇਆ ਸੀ, ਮੈਨੂੰ ਅਲਾਮ ਹੋਇਆ ਸੀ, ਮੈਨੂੰ ਅੰਦਰੋਂ ਹੀ ਰੱਬ ਦੀ ਆਵਾਜ਼ ਆਈ ਸੀ, ਇਹ ਉਹਦੇ 'ਚ ਨਹੀਂ ਹੁੰਦੇ ਨੇ। ਪਰ ਲੋਕ ਵਾਲੇ 'ਚ ਓਨਲੀ ਪੋਜ਼ਿਟਿਵਸ। ਕੌੜਾ ਬੋਲ ਨਾ ਜਾਣੇ, ਅਵਗੁਣ ਕੋਨਾ ਚਿਤਾਰਦਾ, ਗੱਲ ਛੇਤੀ ਲਾਇਕ ਵਾਲੇ ਹੁੰਦੇ ਨੇ।
ਭਾਖਿਆ ਪਾਓ ਪਾਰ ਵਾਲੇ ਹੁੰਦੇ ਨੇ, ਡਿਸਹਾਰਮਨੀ ਵਾਲੇ ਨਹੀਂ ਹੁੰਦੇ ਨੇ, ਡੈਸਟਰਕਟਿਵ ਵਾਲੇ ਨਹੀਂ ਹੁੰਦੇ ਨੇ, ਕਰਤਾ ਪੁਰਖ ਵਾਲੇ ਹੁੰਦੇ ਨੇ, ਵੈਰ ਵਾਲੇ ਨਹੀਂ ਹੁੰਦੇ ਨੇ, ਨਿਰਵੈਰ ਵਾਲੇ ਹੁੰਦੇ ਨੇ, ਹਾਂਜੀ ਹੈ ਨਾ। ਇਹਦਾ ਮਤਲਬ ਪਰਲੋਕ ਵਾਲੇ ਗੁਣ ਰੱਬੀ ਹੁੰਦੇ ਨੇ। ਸੱਚ ਦਾ ਪੈਗਾਮ ਕਦੇ ਵੀ ਨੈਗੇਟਿਵ ਨਹੀਂ ਹੁੰਦਾ, ਡਿਸਟਰਕਟਿਵ ਨਹੀਂ ਹੁੰਦਾ, ਵਿਗਾੜੂ ਨਹੀਂ ਹੁੰਦਾ, ਲੈਗ ਪੁਲਿੰਗ ਵਾਲਾ ਨਹੀਂ ਹੁੰਦਾ, ਬੁਲੀ ਕਰਨ ਵਾਲਾ ਨਹੀਂ ਹੁੰਦਾ, ਨਿੰਦਾ ਕਰਨ ਵਾਲਾ ਨਹੀਂ ਹੁੰਦਾ, ਬੈਕ ਸਟੈਪਿੰਗ ਵਾਲਾ ਨਹੀਂ ਹੁੰਦਾ, ਹੈ ਨਾ। ਸਾਚੇ Only ਸਾਹਿਬ is- ਸਭ ਗੁਣ ਔਗੁਣ ਸਭ ਵੈਸਾ। ਅਸਾਂ ਵੈਰੀ ਗੁੱਡ। ਸਾਚੇ ਸਾਹਿਬ ਸਭ ਗੁਣ। ਥੈਂਕ ਯੂ। ਸੋ ਲੋਕ ਪਰਲੋਕ ਗਵਾਉਣਾ ਵਿੱਚ ਸ਼ਰਤ ਪਰਲੋਕ ਗਵਾਇਆ ਜਾਂਦਾ ਹੈ ਪਹਿਲਾਂ, ਚੰਗੇ ਗੁਣ ਨੂੰ ਤਿਲਾਂਜਲੀ ਦਿੱਤੀ ਜਾਂਦੀ ਹੈ ਪਹਿਲਾਂ, ਆਪਣੇ ਅੰਦਰੋਂ ਆਪਣੇ ਥਾਟ ਪ੍ਰੋਸੈਸ ਵਿੱਚ। ਹਰ ਬਿਸਰਤ ਤੇਰੇ ਗੁਣ ਗਲਿਆ। ਗੁਣ ਗਲਿਆ। ਹੁਣ ਲੋਕ ਭੈੜਾ ਬਣੇਗਾ। ਸੋ ਵੀਰ ਜੀ ਲੋਕ ਮੇਰਾ ਕਰੈਕਟਰ ਹੋ ਗਿਆ ਹੈ ਜਿਹੜਾ ਮੈਂ ਮੈਨੀਫੈਸਟ ਕਰਦਾ ਹਾਂ। ਜਿਸ ਤਰ੍ਹਾਂ ਦਾ ਮੇਰਾ ਬਿਹੇਵੀਅਰ ਹੁੰਦਾ ਹੈ ਉਹ ਮੇਰਾ ਲੋਕ ਹੈ। ਯੈਸ। ਸੋ ਲੋਕ ਇਜ਼ ਸਬਜੈਕਟ ਟੂ ਪਰਲੋਕ। ਸਬਜੈਕਟ ਟੂ ਪਰਲੋਕ। ਅੱਛਾ ਅੱਗੇ ਪੜੋ। ਰੱਬੀ ਗੁਣਾ ਤੋਂ ਮੁਨਕਰ ਹੋ ਕੇ ਮੰਦੇ ਖਿਆਲਾਂ ਕਾਰਨ ਸਰੀਰ ਵੱਲੋਂ ਮੰਦੇ ਕਰਮ ਕਰਨਾ। ਇਹਦਾ ਨਾਮ ਅਸੀਂ ਕੀ ਰੱਖਿਆ? ਲੋਕ। ਲੋਕ ਪਰਲੋਕ ਗਵਾਉਣਾ। ਲੋਕ ਪਰਲੋਕ ਗਵਾਉਣਾ। ਹਾਂਜੀ। ਹੁਣ ਜੇ ਇਹ ਖੋਲ ਕੇ ਬਰੀਕੀ ਦੇ ਨਾਲ ਡਿਟੇਲ ਵਿੱਚ ਆਪਣੇ ਤੇ ਟੁਕਾ ਕੇ ਮੈਨੀ ਐਗਜ਼ਾਮਪਲਸ ਮੈਨੀ ਐਵੀ ਨਿਊਜ਼ ਤੋਂ ਅਸੀਂ ਜਦੋਂ ਸਮਝ ਰਹੇ ਹਾਂ ਨਾ, ਤਾਂ ਹੁਣ ਦੇਖੋ ਅਗਲੀ ਟਰਮ ਕਿਸ ਤਰ੍ਹਾਂ ਸੌਖੀ ਸਮਝ ਆ ਜਾਏਗੀ। ਅਗਲੀ ਪੜੋ। ਸੁਖਮਨੀ ਸਾਹਿਬ ਦੀ ਇਹ ਪੰਕਤੀ ਦਾ ਟਰਮ ਹੈ। ਹਾਂਜੀ। ਲੋਕ ਸੁਖੀਏ ਪਰਲੋਕ ਸੁਹੇਲੇ। ਫਿਰ ਇੱਥੇ ਵੀ ਉਹੀ ਸ਼ਰਤ ਰਹੇਗੀ। ਹਾਂਜੀ ਵੀਰ ਜੀ। ਕਿਆ ਰਹਿ ਸਟੈਪ ਬਾਈ ਸਟੈਪ ਤੁਸੀਂ ਮਤਲਬ ਇਹਦੀ ਜਿਹੜੀ ਤਰਤੀਬ ਦਿੱਤੀ ਹੈ ਨਾ ਕਿ ਬਈ ਸਟੈਪ ਬਾਈ ਸਟੈਪ ਕਲੀਅਰ ਹੁੰਦਾ ਜਾਏ ਕਿ ਪਹਿਲੇ ਲੋਕ ਪਰਲੋਕ ਗਵਾਉਣਾ ਸਮਝ ਗਏ ਤੇ ਹੁਣ ਅੱਗੇ ਆ ਗਿਆ ਲੋਕ ਸੁਖੀਏ ਪਰਲੋਕ ਸੁਹੇਲੇ। ਦੇਖੋ ਤੁਸੀਂ ਮਹਿੰਦਰਪਾਲ ਔਰ ਰਜਿੰਦਰ ਜਾਂ ਪੁਨੀਤ ਜਾਂ ਸਤਿੰਦਰ ਵਗੈਰਾ ਤੁਸੀਂ ਸਾਰੇ ਜਿਸ ਤਰ੍ਹਾਂ ਉਹ ਜੁਝਾਰ ਸ਼ੁਮਿੰਦਰ ਨਾਲ ਮਿਲ ਕੇ ਸਤਿੰਦਰ ਨਾਲ ਮਿਲ ਕੇ ਤੁਸੀਂ ਲੋਕੀ ਵਰਲਡ ਵਾਈਡ ਜਿਤਨੇ ਵੀ ਹੋ ਸਾਰਿਆਂ ਦਾ ਨਾਮ ਨੂੰ ਬਾਰ-ਬਾਰ ਲੈਣ ਦੀ ਲੋੜ ਨਹੀਂ ਹੈ। ਤੁਸੀਂ ਉਹਨੂੰ ਕੱਟ ਸ਼ਾਰਟ ਕਰ ਕਰਕੇ ਪੁਸਤਕ ਦੇ ਅੰਦਰ ਤੇ 3 ਲਾਈਨਾਂ 'ਚ ਲਿਖ ਦਿੱਤਾ ਹੈ। ਪਰ ਇਸ ਵੇਲੇ ਅਸੀਂ ਜ਼ੂਮ ਤੇ ਬਿਯੋਂਡ ਦਿਸ ਟਾਈਮ ਦੀ ਬਾਉਂਡਰੀਜ਼ ਤੋਂ ਅਸੀਂ ਬੜਾ ਸਲੋਲੀ ਸਹਿਜੇ ਸਮਝਣ ਦਾ ਯਤਨ ਕਰ ਰਹੇ ਹਾਂ ਕਿ ਜਿਹੜੇ ਕੱਟ ਸ਼ਾਰਟ ਕੀਤੇ ਨੇ। ਹੁਣ ਜਿਹੜੀ ਅੱਜ ਕੱਲ ਪੁਸਤਕ ਬਣ ਰਹੀ ਹੈ ਜੀਵਨ ਜੱਜ ਦਾ ਖਜ਼ਾਨਾ, ਉਹਦੇ ਵਿੱਚ ਵੀ ਅਮਰੀਕਾ ਦੀ ਟੀਮ ਰੋਜ਼ ਮੇਰੇ ਘਰ ਹਫਤਾਵਾਰੀ ਹੁਣ ਆਉਣ ਦਾ ਪ੍ਰੋਗਰਾਮ ਬਣਾ ਰਹੇ ਨੇ। ਪਿਛਲੇ ਹਫਤੇ ਆਏ ਸਨ ਤਾਂ ਉਹ ਕਰ ਰਹੇ ਜਿੰਨਾ ਕੱਟ ਸ਼ਾਰਟ ਕਰੋ ਉਤਨਾ ਚੰਗਾ ਹੈ। ਪੜਨ ਵਾਲਿਆਂ ਨੇ ਕਿਸ ਤਰ੍ਹਾਂ ਉਹਦੀ ਵਿਚਾਰ ਕਰਨੀ ਹੈ ਅਸੀਂ ਉਹ ਕਰ ਰਹੇ ਹਾਂ ਨਾ, ਤਾਂ ਹੁਣੇ ਸੌਖਾ ਹੋ ਰਿਹਾ ਨਾ। ਹਾਂਜੀ ਵੀਰ ਜੀ। ਸੋ ਹੁਣ ਪੜੋ ਇਹਨੂੰ। ਅੱਗੇ ਪੜਨਾ ਤੇ ਪੜੋ, ਨਹੀਂ ਤੇ ਤੁਸੀਂ ਇਹ ਜੁਝਾਰ ਜੀ ਦੇਖ ਲਓ ਸਾਡੇ ਕੋਲ ਸ਼ੇਅਰਿੰਗ ਵਾਸਤੇ ਕੌਣ ਹੈ। ਹਾਂਜੀ ਵੈਸੇ ਸਾਡੇ ਕੋਲ ਵਿੰਦਰੀ ਭੂਆ ਜੀ ਵੀ ਹੈਗੇ ਨੇ ਤੇ मैं रिक्वेस्ट करूंगा विंद्री बुआ जी अगर आप जी कुछ शेयरिंग करना चाहते हैं तो आप जी प्लीज अनम्यूट करो जी। थैंक यू। वाहिगुरु जी का खालसा वाहिगुरु जी की फतेह जी।
देखो जैसे वीर जी होरां ने बड़ी सोहनी तरह एक गल कीती है अबाउट द जून 84 लाख जूना दे विच we have to make it very clear कि पत्थर दा जून, plants, animals and human being, these are the 4 dimensions. Metaphysics says that they are the 4 dimensions. A 4 dimensions तो ਜਿਹੜੇ ਹਨ, चौथे की बोलिए the sorry, fourth is the human dimension के fourth is a human being, because they have the intellect, they can do good and bad. So they say 4 ਜਿਹੜੇ dimensions ਹਨ, ਅਗਰ ਅਸੀਂ ਇੱਕ second dimension ਵਿੱਚੋਂ ਇੱਕ ਅਗਰ ਅਸੀਂ ਇੱਕ seed of a mango ਅਸੀਂ ਧਰਤੀ ਵਿੱਚ ਪਾ ਦਈਏ and through the earth, ਔਰ ਉਸਨੂੰ ਸਾਰੇ environment ਦੇ ਦਈਏ, ਪਾਣੀ ਜੋ ਵੀ ਖਾਦ ਚਾਹੀਦਾ ਹੈ, can it become into a grape? ਕਿ ਉਹ ਅੰਗੂਰ ਬਣ ਸਕਦਾ ਹੈ? ਨਹੀਂ ਬਣ ਸਕਦਾ। ਹਾਲੀ that is of a second dimension. A human of the 4th dimension, how can they become kutta billi? Not possible. So this has to be absolutely eradicated, first thing. Second thing, can then ki man is a bundle of thoughts. No thoughts mean in coma. No thoughts mean in coma. Pehle science ਕਹਿੰਦੇ ਸੀ ਕਿ man is a gross. man is a gross, G-R-O-S-S, gross is a matter. But now they are proving that man is actually an energy. The whole universe is an energy. जिन एक चीज दी frequency कटदी जांदी है, वो एक matter बन जाता है, उसमें ਅਸੀਂ matter कह दें, है actually energy. So man is a bundle of thoughts because thought is an energy. ਹੁਣ ਇਹ ਜਿਹੜੀ energy ਹੈਗੀ, ਅਗਰ ਇਹ thoughts ਨਾ ਹੋਵਣ ਤਾਂ ਇਨਸਾਨ is declared as he is in coma. They have to have thoughts. No, ਇਹ thoughts create कौन करता है? It is we who create it. We are creating it. We are sustaining it. And we had the choice to destroy it. Guru Sahib ne sanu ek choice दी थी, इत्थे ही खाली some choice ਦਿੱਤੀ है. Said do not meddle with the word outside. बाहर दी दुनिया ਵਿੱਚ meddle मत करो. ਉਸ ਦੇ ਹੁਕਮ ਵਿੱਚ ਸਭ ਕੁਝ ਚੱਲ ਰਿਹਾ ਹੈ. ਇੱਕ ਅੰਦਰ ਦੀ ਦੁਨੀਆ ਹੈ ਜਿੱਥੇ ਤੁਹਾਡੀ ਆਪਣੀ creation of your thoughts, ਤੁਸੀਂ ਉਸ ਨੂੰ sustain ਕਰਦੇ ਹੋ, ਇਸ ਕਰਕੇ ਤੁਸੀਂ ਦੁਖੀ ਹੋ ਜਾਂਦੇ ਹੋ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਮੈਂ ਇੱਥੇ ਤੁਹਾਨੂੰ choice ਦਿੰਦਾ, ਇਸ world ਨੂੰ ਤੁਸੀਂ change ਕਰ ਸਕਦੇ ਹੋ। You can change your thought process if you understand what the Guru is telling you. So what have we become? We have become the creator, we are the sustainer, and we are the destroyer. अगर ਅਸੀਂ ਆਪਣੇ ਅੰਦਰ ਦੀ ਦੁਨੀਆ ਨੂੰ ਨਰਕ ਬਣਾ ਲਿੱਤਾ with a thought process, and ਅਸੀਂ ਉਸ ਨੂੰ sustain ਕਰ ਲੈਂਦੇ ਹਾਂ ਕਿਉਂਕਿ ਗਿਆਨ ਨਹੀਂ ਹੈ, ignorance ਹੈ, we are living throughout our life sustaining that narak inside. It is our choice, it is our ignorance. ਅਸੀਂ ਦੁਖੀ ਹੋ ਕੇ ਅਸੀਂ ਰੋਗ ਵੀ ਪੈਦਾ ਕਰ ਲਿੱਤੇ, ਸਰੀਰਕ ਰੋਗ ਵੀ ਪੈਦਾ ਕਰ ਲਿੱਤੇ। ਪਰ ਜਦੋਂ ਅਸੀਂ ਗੁਰੂ ਦਾ ਗਿਆਨ ਲੈਂਦੇ ਹਾਂ, there we get a choice ਕਿ ਇੱਥੇ ਤੁਹਾਨੂੰ ਇੱਕ choice ਹੈ ਕਿ you can now destroy this world inside. ਇਹ ਜਿਹੜਾ ਨਰਕ ਬਣਾਇਆ, destroy it. So how do we destroy it? ਅਸੀਂ ਉਹਦੇ ਗੁਣਾਂ ਨੂੰ ਉਤਾਰ ਕੇ, ਉਸਦੇ ਸਿਸਟਮ ਨੂੰ, ਉਹਦੇ laws ਨੂੰ, laws of natures ਨੂੰ ਸਮਝ ਕੇ ਚੱਲ ਕੇ ਅਸੀਂ ਆਪਣੇ ਅੰਦਰ ਦੀ world ਜਿਹੜਾ ਨਰਕ ਸੀ ਉਸ ਨੂੰ destroy ਕਰ ਦਿੱਤਾ। And then what have we created? A beautiful new world which we call it the heaven, Sachkhand. Wow. So this helps us to understand that we are not supposed to blame anyone. तकरीबन ਅਸੀਂ ਕਹਿੰਦੇ ਨੇ ਉਸਨੇ ਮੈਨੂੰ ਕੁਝ ਕਿਹਾ, ਮੈਨੂੰ ਇਸ ਕਰਕੇ ਗੁੱਸਾ ਚੜ ਆਇਆ, ਉਸਨੇ ਇਸ ਕਰਕੇ ਕਿਹਾ, ਮੈਂ ਇਹ ਚੀਜ਼ ਦੇਖੀ, ਮੈਨੂੰ ਅੰਦਰ jealousy. No, don't blame. ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮਾ ਆਪਣਿਆ। These are the unseen karmas that we are creating in our ਮਨ ਦੇ ਅੰਦਰ, ਜਿਹੜੇ ਸਾਡੇ ਅੰਦਰ ਦੇ ਫੁਰਨੇ ਚੱਲਦੇ ਪਏ, ਵਿਕਾਰ ਚੱਲਦੇ, ਇਸੀ ਨੂੰ ਅਸੀਂ ਸਮਝਣਾ ਹੈ। ਇਹੀ ਨਰਕ ਹੈ, ਇਹੀ ਦੁੱਖ ਹੈ, ਇਹੀ ਸਾਡੇ ਆਪਣੀ ਕ੍ਰੀਏਸ਼ਨ ਹੈ, ਇਹ ਅਸੀਂ ਹੀ ਕ੍ਰੀਏਟ ਕੀਤਾ। So stop the blame game, stop the judgments, take the responsibility and change the inner world. This is the only choice the Guru has given us. Is no change kita, your inner world changes, the outer world will say it. So this is the beautiful energy which Guru has given us, and because of the ignorance, ਅਸੀਂ ਲੋਕ ਨੇ ਇਸਨੂੰ ਨਰਕ ਬਣਾਇਆ। ਹੁਣ it's our choice. You want to be the creator of a new heaven,
and sustain it, or do you want to still live in this like a rotten vegetable? We are living like a rotten vegetable because we are suffering every day, every moment with all the diseases, with relationships gone to the dogs. ਕਹਿੰਦੇ ਇੱਕਦਮ ਖਤਮ ਹੋ ਗਏ, ਬਾਹਰ ਦਾ ਸੰਸਾਰ ਸਾਨੂੰ ਨਰਕ ਲੱਗ ਰਿਹਾ, ਸਾਨੂੰ ਘਰਗ੍ਰਸਤੀ ਨਰਕ ਲੱਗ ਗਈ, ਅਸੀਂ ਬੱਚੇ ਨੂੰ ਵੀ ਕਹਿੰਦੇ ਨੇ ਇਹ ਵੀ demons ਹਨ. Why? Because ਸਾਡੇ ਅੰਦਰ the demons ਬੈਠੇ ਹਨ and we have created. So take the responsibility and stop the blame game. ਹਾਂਜੀ ਵਾਹ ਜੀ ਵਾਹ, ਥੈਂਕ ਯੂ। ਤੇ ਭੂਆ ਜੀ ਥੈਂਕਸ ਅ ਲੋਟ ਫॉर ਸ਼ੇਅਰਿੰਗ। ਜਿਹੜਾ ਹੁਣੇ ਅਸੀਂ ਲੋਕ ਪਰਲੋਕ ਗਵਾਉਣਾ ਤੋਂ ਹੁਣ ਅਸੀਂ ਸ਼ਿਫਟ ਕਰ ਰਹੇ ਲੋਕ ਸੁਖੀਏ ਪਰਲੋਕ ਸੁਹੇਲੇ, ਇਸ ਟਰਮ ਨੂੰ ਹੀ ਗੁਰਬਾਣੀ ਦੀ ਟਰਮ ਦੇ ਹਿਸਾਬ ਨਾਲ। ਹਾਂਜੀ, what happens ਕਿ ਜਿਹੜਾ ਇਹ ਲੋਕ ਜਿਹੜਾ ਹੈਗਾ ਨਾ, this is the inner world, ਅਗਰ ਅਸੀਂ ਇਸ ਨੂੰ ਸਵਾਰ ਲਿੱਤਾ ਤੇ ਬਾਹਰ ਦੀ ਦੁਨੀਆ will be very beautiful। ਅਗਰ ਅੰਦਰ ਹੀ ਅਸੀਂ ਨਰਕ ਬਣਾ ਲਿੱਤਾ ਤਾਂ ਸਾਨੂੰ ਸਾਰੇ ਬਾਹਰ ਨਰਕ ਨਜ਼ਰ ਜਾਏਗਾ। ਇਸੇ ਕਰਕੇ ਅਸੀਂ ਹਮੇਸ਼ਾ ਘਰ ਗ੍ਰਸਤੀ ਵਿੱਚ ਕਹਿੰਦੇ ਤੇ ਨਰਕ ਕਿ ਅਸੀਂ ਕਿੱਥੇ ਪੇ ਕਹਿੰਦੇ ਨਰਕ ਨਰਕ, ਕਿਉਂ? ਸਾਡਾ ਅੰਦਰ ਦਾ ਜਿਹੜਾ ਲੋਕ ਉਹ ਅਸੀਂ ਸਵਾਰਿਆ ਨਹੀਂ। We have to make the world inside into a heaven so that we can see heaven outside. तो कहते हैं लोक सुखिए पर लोक सोहेले, पहले अंदर दा अपना चीज नु कर। Always the game starts from the inside and then goes outside, पर तकरीबन ਅਸੀਂ ਬਾਹਰ ਹੀ ਲੱਗੇ ਰਹਿੰਦੇ हैं। So start going into the inner journey. This is very important inner journey. ਹਾਂਜੀ, thanks a lot, so nice। हाँ जी, जुझार जी हुणे भूआ जी साडे नाल ने, क्वेश्चन ਲੈਣੇ ਨੇ ਤਾਂ ਲੈ ਲਓ, she can reply। ਹਾਂਜੀ, ਥੈਂਕ ਯੂ ਵੈਰੀ ਮਚ ਭੂਆ ਜੀ, ਤੁਸੀਂ ਬੜਾ ਸੋਹਣਾ ਐਕਸਪਲੇਨ ਕੀਤਾ। ਜੋ ਜੀ ਹੋਏ ਸੋ ਹੋਵੇ, ਮੌਕਾ ਗਿਆ ਵਾਓ। ਬਿਲਕੁਲ ਉਹੀ ਗੱਲ ਸੀ ਕਿ ਜੋ ਸਾਡੇ ਅੰਦਰ ਚੱਲ ਰਿਹਾ ਹੁੰਦਾ ਹੈ ਉਹੀ ਅਸੀਂ ਬਾਹਰ ਮੈਨੀਫੈਸਟ ਕਰ ਦਿੰਦੇ ਹਾਂ। ਭਾਵੇਂ ਉਹ ਸਾਡੇ ਬੱਚੇ ਹੋਣ, ਭਾਵੇਂ ਸਾਡੇ ਦੋਸਤ ਮਿੱਤਰ ਹੋਣ, ਭਾਵੇਂ ਮਾਤਾ ਪਿਤਾ ਹੋਣ, ਅਸੀਂ ਬੱਚਿਆਂ ਨੂੰ ਵੀ ਨਹੀਂ ਛੱਡਦੇ, ਬੱਚਿਆਂ ਨੂੰ ਵੀ ਅਸੀਂ ਡੀਮਨ ਕਹਿ ਦਿੰਦੇ, ਜਿਵੇਂ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ, ਕਿਉਂਕਿ ਅਸੀਂ ਆਪ ਸਾਡੇ ਅੰਦਰ ਡੀਮਨਸ ਹੁੰਦੇ ਨੇ। ਸੋ ਵੈਰੀ ਰਾਈਟਲੀ ਸੈਡ। ਸੋ ਹਾਂ, ਹੁਣ ਇਟ ਇਜ਼ ਓਪਨ ਟੂ एवरीवन। ਅਗਰ ਹੋਰ ਕੋਈ ਵੀ ਸਾਂਝ ਕਰਨਾ ਚਾਹੁੰਦਾ ਹੈ, ਸੋ ਯੂ ਆਲ ਆਰ ਵੈਲਕਮ। ਪਲੀਜ਼ ਜਾਂ ਤਾਂ ਤੁਸੀਂ ਆਪਣਾ ਹੈਂਡ ਰੇਜ਼ ਕਰ ਸਕਦੇ ਹੋ ਜਾਂ ਫਿਰ ਕੁਐਸਚਨ ਲਿਖ ਕੇ ਭੇਜ ਸਕਦੇ ਹੋ। ਕੋਈ ਅਗਰ ਸ਼ੇਅਰਿੰਗ ਕਰਨਾ ਚਾਹੁੰਦਾ ਹੈ ਜਾਂ ਕੋਈ ਸਵਾਲ ਪੁੱਛਣਾ ਚਾਹੁੰਦਾ ਹੈ ਤੇ ਆਪ ਜੀ ਕਰ ਸਕਦੇ ਹੋ ਜੀ। ਅਦਰਵਾਈਜ਼ ਜਿਹੜਾ ਸਾਡਾ ਪ੍ਰੋਗਰਾਮ ਹੈਗਾ 15 ਅਗਸਤ ਦਾ, ਜਿਵੇਂ ਆਪ ਜੀ ਸਾਰੇ ਜਾਣਦੇ ਹੀ ਹੋ ਕਿ ਕੋਵਿਡ ਕਰਕੇ ਅਸੀਂ ਪਿਛਲੀ ਵਾਰੀ ਵੀ ਆਨਲਾਈਨ ਕੀਤਾ ਸੀਗਾ, ਇਸ ਵਾਰੀ ਵੀ ਅਸੀਂ YouTube ਔਰ Facebook ਤੇ ਲਾਈਵ ਕਰਨ ਜਾ ਰਹੇ ਹਾਂ। ਔਰ ਅਸੀਂ ਇਹਨਾਂ ਜਿਵੇਂ ਜ਼ੂਮ ਜਿੰਨੇ ਵੀ ਸੈਸ਼ਨਸ ਹੋਏ ਨੇ ਉਹਦੇ ਵਿੱਚ ਅਸੀਂ ਸਮਝ ਰਹੇ ਹਾਂ ਕਿ ਬਈ ਸਾਰੇ ਮਨੁੱਖਾਂ ਦੀ ਘਾੜਤ ਰੱਬੀ ਹੈ, ਕੁਦਰਤੀ ਨਿਯਮ ਦੇ ਅਧੀਨ ਹੀ ਸਾਰੇ ਘੜੇ ਜਾਂਦੇ ਆ। ਹਰ ਮਨੁੱਖ ਜਿਹੜਾ ਹੈਗਾ ਉਹ ਕੁਦਰਤ ਦੇ ਨਿਯਮ ਵਿੱਚ ਹੀ ਹੈ, ਪਰ ਫਿਰ ਮਨੁੱਖਾਂ ਦੇ ਕਿਰਦਾਰ ਵਿੱਚ ਵਖਰੇਵਾਂ ਕਿਵੇਂ ਹੈ? ਇੱਕ ਬੰਦਾ ਕਿਵੇਂ ਸੋਚਦਾ, ਦੂਸਰਾ ਬੰਦਾ ਕਿਵੇਂ ਸੋਚਦਾ, ਸਭ ਦਾ ਸੋਚਣ ਦਾ ਢੰਗ ਵੱਖਰਾ ਹੈ, ਸਭ ਦਾ ਬੋਲਣ ਦਾ ਢੰਗ ਵੱਖਰਾ ਹੈ। ਕੋਈ ਹੋ ਸਕਦਾ ਹੈ ਕੋੜੇ ਬੋਲ ਬੋਲਦਾ ਹੋਵੇ, ਹੋ ਸਕਦਾ ਕੋਈ ਮਿੱਠੇ ਬੋਲ ਬੋਲਦਾ ਹੋਵੇ, ਤੇ ਇਹਨਾਂ ਵਖਰੇਵਾਂ ਕਿਉਂ ਹੈ? ਮਨੁੱਖੀ ਕਿਰਦਾਰ ਦੇ ਵਿੱਚ ਇਤਨਾ ਵਖਰੇਵਾ ਕਿਉਂ ਹੈ? When all human beings are created under the same divine laws of nature, then why is there a difference in our behaviors? We behave differently in different situations. ਜਦੋਂ ਸਕੂਲ ਵਿੱਚ ਹੁੰਦੇ ਆ ਸਾਡਾ ਬਿਹੇਵੀਅਰ ਕੁਝ ਹੋਰ ਹੁੰਦਾ ਬੱਚੇ ਦਾ, ਜਦੋਂ ਘਰ ਆ ਜਾਂਦਾ ਉਹਦਾ ਬਿਹੇਵੀਅਰ ਕੁਝ ਹੋਰ ਹੁੰਦਾ, ਜਦੋਂ ਆਫਿਸ ਵਿੱਚ ਜਾਂਦਾ ਕੁਝ ਹੋਰ ਹੁੰਦਾ, ਘਰ ਵਿੱਚ ਆਉਂਦਾ ਤਾਂ ਕੁਝ ਹੋਰ ਹੁੰਦਾ, ਤੇ ਜਦੋਂ ਫਰੈਂਡਸ ਨਾਲ ਹੁੰਦਾ ਤਾਂ ਕੁਝ ਹੋਰ ਹੁੰਦਾ ਬਿਹੇਵੀਅਰ। ਤੇ ਇਹ ਬਿਹੇਵੀਅਰ ਇਤਨਾ ਫਲਕਚੁਏਟ ਕਿਵੇਂ ਕਰਦਾ, ਇਤਨੇ ਸਵਿੰਗਸ ਕਿਵੇਂ ਆਉਂਦੇ ਨੇ ਸਾਡੇ ਬਿਹੇਵੀਅਰ ਦੇ ਵਿੱਚ? So why do certain people choose to exhibit vices over virtues? ਕਈ ਲੋਕੀ ਜਿਹੜੇ ਚੂਜ਼ ਹੀ ਕਰ ਲੈਂਦੇ ਨੇ ਕਿ ਬਈ ਜਿਹੜੇ ਕਿ ਗਾਲ ਦੇਣ ਤੋਂ ਬਿਨਾਂ ਹੋਰ ਕੋਈ ਲਫ਼ਜ਼ ਕੱਢਦੇ ਹੀ ਨਹੀਂ, ਸਿਰਫ ਉਹਨਾਂ ਦੀ ਗੱਲ ਦੇ ਵਿੱਚ ਜਿਹੜੀਆਂ ਨੇ, ਜੇ 5 ਸੈਂਟੈਂਸਸ ਹੈਗੇ ਨੇ ਤੇ 5 ਦੇ ਵਿੱਚ ਕੋਈ ਨਾ ਕੋਈ ਗਾਲ ਹੁੰਦੀ ਹੈ, ਤੇ ਉਹ ਕਿਵੇਂ ਹੋ ਜਾਂਦਾ ਹੈ? ਮਤਲਬ ਉਹ ਉਹਨਾਂ ਨੇ ਕਿਵੇਂ ਚੂਜ਼ ਕੀਤਾ? ਸੋ ਇਹੀ ਸਾਡਾ ਅੱਜ 15 ਇਸ ਵਾਰੀ 15 ਅਗਸਤ ਦਾ ਸੈਮੀਨਾਰ ਦਾ ਟੌਪਿਕ ਹੈਗਾ। ਇਹਦੇ ਵਿੱਚ ਕੁਐਸਚਨ ਆਨਸਰਸ ਵੀ ਹੋਣਗੇ। ਸੋ ਜੇ ਕੋਈ ਕੁਐਸਚਨ ਹੋਵੇ ਆਪ ਜੀ ਦਾ ਇਸ ਰਿਲੇਟਡ ਤਾਂ ਆਪ ਜੀ ਲਾਈਵ ਸੈਸ਼ਨ ਦੌਰਾਨ ਪੁੱਛ ਸਕਦੇ ਹੋ ਤੇ ਜਾਂ ਲਿਖ ਕੇ ਭੇਜ ਸਕਦੇ ਹੋ।
YouTube ਦੇ ਉੱਪਰ ਕਮੈਂਟ ਕਰ ਸਕਦੇ ਹੋ ਜਾਂ ਜ਼ੂਮ ਪ੍ਰੋਗਰਾਮ ਹੋਏਗਾ ਤਾਂ ਉਹਦੇ ਵਿੱਚ ਪੁੱਛ ਸਕਦੇ ਹੋ ਜਾਂ ਫੇਸਬੁੱਕ ਤੇ ਪੁੱਛ ਸਕਦੇ ਹੋ। ਤੇ ਆਪ ਜੀ ਸਾਰਿਆਂ ਨੂੰ ਅਗੇਨ ਮੈਂ ਬੇਨਤੀ ਕਰਦਾ ਕਿ ਅਗਰ ਕੋਈ ਕਿਸੇ ਦਾ ਕੁਐਸਚਨ ਹੈ, ਕੋਈ ਸ਼ੇਅਰਿੰਗ ਕਰਨਾ ਚਾਹੁੰਦਾ ਹੈ ਤੇ ਯੂ ਆਰ ਮੋਸਟ ਵੈਲਕਮ। ਕਿਉਂਕਿ ਅਸੀਂ ਜਿਹੜਾ ਨੈਕਸਟ ਟੌਪਿਕ ਲੈਣਾ ਹੈ ਉਹ ਅਗਲੀ ਵਾਰ ਲੈਣਾ ਹੈ ਲੋਕ ਸੁਖੀਏ ਪਰ ਲੋਕ ਸੁਹੇਲੇ। ਵਿਜੀ ਯੂ ਵਾਂਟ ਟੂ ਸ਼ੇਅਰ ਸਮਥਿੰਗ ਜਾਂ ਅਸੀਂ ਕਲਾਸ ਨੂੰ ਵਾਈਂਡ ਅਪ ਕਰ ਸਕਦੇ ਹਾਂ ਜੀ? ਬਸ ਜੀ ਪੁੱਛ ਲਓ ਕਿਸੇ ਹੋਰ ਨੂੰ। ਹਾਂਜੀ ਵੀਰ ਜੀ ਠੀਕ ਹੈ ਜੀ, ਫਿਰ ਅਸੀਂ ਸਾਰਿਆਂ ਕੋਲੋਂ ਇਜਾਜ਼ਤ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੰਗਾ ਜੀ।